ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ। ਹਰ ਰੋਜ਼ ਦੀ ਤਰ੍ਹਾਂ ਹੀ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਹੀ ਹਰਮਨ ਜੀ ਨਾਲ ਨੇ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਬਹੁਤ ਹੀ ਵਧੀਆ। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਜ਼ਿੰਦਾਬਾਦ, ਬਾਗੀਆਂ ਪਾਉਂਦੀ ਹੈ, ਕਮਾਲ ਹੋਈ ਪਈ ਆ। ਇਹ ਸਦਾ ਹੀ ਬਾਗੀਆਂ ਪਾਉਂਦੀ ਰਹੇ, ਇਹਦੀ ਅਸੀਂ ਆਸ ਤੇ ਕਾਮਨਾ ਕਰਦੇ ਹਾਂ। ਤੇ ਬਾਕੀ ਮੌਸਮ ਕਿਵੇਂ ਆ? ਮੌਸਮ ਬੜਾ ਗਰਮ ਆ। 40-41 ਡਿਗਰੀ ਤਾਪਮਾਨ ਹਰ ਰੋਜ਼ ਹੋ ਜਾਂਦਾ। ਅੱਜ ਤੜਕੇ ਤੋਂ ਧੁੱਪ ਪੂਰੀ ਚਮਕਦਾਰ ਆ, ਪਰ ਮੈਂ ਖਬਰ ਪੜ੍ਹ ਕੇ ਹਟਿਆ 6 ਤਰੀਕ ਤੋਂ ਲੈ ਕੇ 8 ਤੱਕ ਪੰਜਾਬ ਦੇ ਵਿੱਚ ਬੂੰਦਾਬਾਂਦੀ ਡ੍ਰਿਜ਼ਲਿੰਗ ਹੋ ਸਕਦੀ ਆ। 7 ਤਰੀਕ ਨੂੰ ਪੰਜਾਬ ਦੇ ਵਿੱਚ ਹਨੇਰੀ ਚੱਲ ਸਕਦੀ ਆ। ਕਈ ਥਾਵਾਂ ਤੇ ਵਾਵਾ ਮੀਂਹ ਪੈ ਸਕਦਾ। ਕਹਿੰਦੇ 8 ਨੂੰ ਵੀ ਇਉਂ ਹੀ ਹੋ ਸਕਦਾ। ਪਤਾ ਨਹੀਂ ਉਦੋਂ ਕੀ ਹੋਣਾ, ਪਰ ਆਖਿਆ ਇਉਂ ਹੀ ਆ ਜੀ। ਪਰ ਆਪਾਂ ਫਿਲਹਾਲ ਦੀ ਗੱਲ ਕਰ ਰਹੇ ਸੀ। ਹਾਂਜੀ, ਫਿਲਹਾਲ ਹਵਾਵਾਂ ਰੁਮਕਦੀਆਂ। ਜਦ ਝੱਖੜ ਝੁੱਲੂ ਵੇਖਾਂਗੇ, ਜਿਹੜੀ ਰੁਮਕਦੀ ਆ ਨਾ ਹਵਾ, ਜਾਓ ਆਨੰਦ ਮਾਣ ਲਓ ਧੁੱਪੇ ਬਹਿ ਕੇ। ਨਹੀਂ, ਬੜੀ ਗਰਮ ਹੈ ਉਹ। ਤੇ ਚੱਜ ਦੇ ਵਿਚਾਰ ਦੀ ਸਾਂਝ ਪਾ ਲਈਏ। ਚੱਜ ਦਾ ਵਿਚਾਰ ਬੜਾ ਬਈ ਸਾਫ਼ ਤੇ ਸਪਸ਼ਟ ਹੈ ਕਿ ਜੇਕਰ ਤੁਹਾਨੂੰ ਕੋਈ ਗਲਤ ਲੱਗੇ ਤਾਂ ਉਹਨੂੰ ਸਮਝਾ ਦਿਓ। ਅੱਛਾ ਜੀ। ਜੇ ਤੁਹਾਨੂੰ ਕੋਈ ਗਲਤ ਲੱਗੇ ਤਾਂ ਤੁਸੀਂ ਉਹਨੂੰ ਸਮਝਾ ਦਿਓ, ਤੇ ਜੇ ਤੁਹਾਨੂੰ ਹਰ ਕੋਈ ਹੀ ਗਲਤ ਲੱਗੇ ਤਾਂ ਫਿਰ ਖੁਦ ਨੂੰ ਸਮਝਾ ਲਵੋ। ਵਾਹ, ਕਿਆ ਬਾਤ ਹੈ। ਆਏ ਹਾਏ, ਛਾ ਗਏ। ਮਿਹਰਬਾਨੀ। ਦੇਖੋ, ਗੱਲ ਇਹ ਹੈ ਵੀ ਅਕਸਰ ਇਨਸਾਨ ਨੂੰ ਦੂਸਰੇ ਦੀਆਂ ਗਲਤੀਆਂ ਤਾਂ ਜ਼ਰੂਰ ਨਜ਼ਰ ਆਉਂਦੀਆਂ ਹੁੰਦੀਆਂ, ਪਰ ਉਹ ਆਪ ਕਿੱਥੇ ਕੁ ਖੜਾ ਹੈ, ਆਪਣੇ ਅੰਦਰ ਕੀ ਕੀ ਕਮੀਆਂ ਨੇ, ਕੀ ਕੀ ਖਾਮੀਆਂ ਨੇ, ਕਿੱਥੇ ਕਿੱਥੇ ਆਪ ਗਲਤ ਆ, ਇਹਦੇ ਬਾਰੇ ਚ ਘੋਖ ਪੜਤਾਲ ਕਰਨੀ ਉਹ ਭੁੱਲ ਜਾਂਦਾ ਹੈ। ਦੂਸਰਿਆਂ ਦੇ ਲਈ ਤਾਂ ਅਸੀਂ ਹਮੇਸ਼ਾ ਜੱਜ ਬਣ ਜਾਂਦੇ ਆ ਦੂਜਿਆਂ ਦੀਆਂ ਗਲਤੀਆਂ ਨੂੰ ਵੇਖ ਕੇ, ਪਰ ਆਪਣੇ ਆਪ ਦੇ ਲਈ ਅਸੀਂ ਹਮੇਸ਼ਾ ਵਕੀਲ ਬਣ ਜਾਂਦੇ ਆ। ਫਲਾਣਾ ਬੰਦਾ ਮਾੜਾ ਬਹੁਤਾ, ਫਲਾਣੇ ਦਾ ਧੀ ਪੁੱਤ ਮਾੜਾ, ਫਲਾਣੇ ਦੀ ਨੂੰਹ ਮਾੜੀ, ਫਲਾਣੇ ਦੇ ਕੰਮ ਮਾੜੇ, ਫਲਾਣਾ ਇਉਂ ਕਰਦਾ, ਫਲਾਣੀ ਇਉਂ ਕਰਦੀ ਆ, ਉਹਦਾ ਚਰਿੱਤਰ ਨਹੀਂ ਚੰਗਾ, ਫਲਾਣਾ ਇਉਂ ਹੈਗਾ। ਆਪਦੇ ਬਾਰੇ ਪਤਾ ਨਹੀਂ ਹੁੰਦਾਗਾ, ਸਾਰੇ ਜਹਾਨ ਬਾਰੇ ਪਤਾ। ਪਹਿਲਾਂ ਆਪਦੇ ਬਾਰੇ ਜਾਣਕਾਰੀ ਹਾਸਲ ਕਰ ਲਓ, ਆਪਦੇ ਬਾਰੇ ਥਾਹ ਪਾ ਲਓ, ਸਾਰੀਆਂ ਸਮੱਸਿਆਵਾਂ ਦਾ ਹੱਲ। ਬਿਲਕੁਲ ਸਹੀ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਆਉਂਦੀ ਹੈ। ਮੈਂ ਕਿਤੇ ਲਿਖਿਆ ਪੜਿਆ, ਟਾਣਾ ਸਾਹਿਬ ਕਹਿੰਦੇ ਕੁਰਸੀ ਹੈ, ਕੁਰਸੀ ਹੈ, ਕੋਈ ਜਨਾਜ਼ਾ ਥੋੜੀ ਹੈ। ਕੋਈ ਜਨਾਜ਼ਾ ਥੋੜੀ ਹੈ ਜਨਾਬ। कुर्सी है, ये तुम्हारा जनाजा थोड़ी है। अगर कुछ कर नहीं सकते तो उतर क्यों नहीं जाते? क्या बात है, बहुत खूब। ਮਰਿਆਂ ਵਰਗੇ ਲੋਕਾਂ ਦੀ ਕੋਈ ਮੁੱਲ ਨਹੀਂ, ਕੋਈ ਪੁੱਛ ਪ੍ਰਤੀਤ ਨਹੀਂ। ਇਸ ਕਰਕੇ ਆਪਾਂ ਨੂੰ ਜਿਉਂਦੇ ਹੋਣ ਦਾ ਸਬੂਤ ਦੇਣਾ ਚਾਹੀਦਾ। ਐਵੇਂ ਜਿਉਂਦੇ ਹੀ ਮੋਇਆਂ ਵਰਗੇ ਹੋਏ ਪਏ ਆ, ਕੋਈ ਨਾ ਕੋਈ ਮਾੜੀ ਮੋਟੀ ਗੱਲ ਕਰਕੇ ਦਿਖਾਈਏ, ਹਿਲਜੁਲ ਕਰੋ, ਚੰਗੇ ਪਾਸੇ ਆਏ ਨਹੀਂ ਵੀ ਕੋਈ ਹੋਰ ਹੀ ਚੱਕ ਪੰਗਾ ਪਾ ਲਓ। ਵੀ ਥੋੜਾ ਜਿਹਾ ਨਾ ਕੋਈ ਨਾ ਕੋਈ ਊਰਜਾਵਾਨ ਹੋ ਕੇ ਕੰਮ ਕਰੋ, ਥੋੜਾ ਜਿਹਾ ਆਪਦੀ ਹੋਂਦ ਨੂੰ ਦਰਸਾਓ, ਥੋੜਾ ਜਿਹਾ ਦੱਸੋ ਵੀ ਅਸੀਂ ਵੀ ਧਰਤੀ ਦੇ ਉੱਤੇ ਆਏ ਆ, ਕੋਈ ਮਨੁੱਖਤਾ ਲਈ ਚੰਗਾ ਕੰਮ ਕਰਕੇ ਜਾਵਾਂਗੇ। ਖਾਲੀ ਰੋਟੀ ਸੌਂਗੇ, ਉੱਠ ਕੇ ਫੇਰ ਖਾਲੀ ਫੇਰ ਸੌਂਗੇ, ਇਹ ਕਿਹੜੀ ਜ਼ਿੰਦਗੀ ਆ? ਵਾਹ। ਨਾਲੇ ਜਿਹੜੇ ਲੋਕ ਕੁਰਸੀ ਨੂੰ ਬਹੁਤ ਪਿਆਰ ਕਰਦੇ ਨੇ, ਉਹਨਾਂ ਨੂੰ ਵੀ ਇਹ ਗੱਲਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਵੀ ਇਹ ਜਿਹੜੀ ਕੁਰਸੀ ਹੈ, ਇਹ ਕਿਸੇ ਗੱਲ ਵਜ੍ਹਾ ਨਾਲ ਮਿਲੀ ਹੈ, ਕੁਛ ਕਰਨ ਦੇ ਲਈ ਮਿਲੀ ਹੈ। ਕੁਰਸੀ ਵਾਲੀ ਗੱਲ ਤੋਂ ਮੈਨੂੰ ਇੱਕ ਗੱਲ ਚੇਤੇ ਆ ਗਈ। ਕਹਿੰਦੇ ਵੀ ਇੱਕ ਵਾਰੀ ਇੱਕ ਫਕੀਰ ਬੜੇ ਸੋਹਣੇ ਗੀਤ ਗਾਉਂਦਾ ਸੀ, ਬੜਾ ਕਮਾਲ ਦੀ ਗਾਇਕੀ ਸੀ ਉਹਦੀ। ਉਹ ਇੱਕ ਰਾਜੇ ਦੇ ਦਰਬਾਰ ਦੇ ਵੱਲ ਚਲਾ ਗਿਆ, ਉਹਨੇ ਰਾਜੇ ਨੂੰ ਆਪਦਾ ਸੰਗੀਤ ਸੁਣਾਇਆ, ਆਪਦਾ ਗੀਤ ਸੁਣਾਇਆ। ਰਾਜਾ ਹੋ ਗਿਆ ਪ੍ਰਸੰਨਚਿਤ। ਰਾਜਾ ਕਹਿੰਦਾ ਇਹਨੂੰ ਅਸ਼ਰਫੀਆਂ ਦਾ ਐਲਾਨ। ਉਹਨੇ ਹੋਰ ਵਧੀਆ ਸੁਣਾਇਆ, ਕਹਿੰਦਾ ਇਹਨੂੰ ਹੀਰੇ ਜਵਾਹਰਾਤ। ਉਹਨੇ ਹੋਰ ਕਮਾਲ ਦਾ ਗਾਇਆ, ਕਹਿੰਦਾ ਜੀ ਇਹਨੂੰ ਰਾਜ ਭਾਗ ਅੱਧਾ। ਲਓ ਜੀ, ਫਕੀਰ ਬਹੁਤ ਖੁਸ਼ ਹੋਇਆ, ਘਰ ਵਾਪਸ ਆ ਗਿਆ, ਕਹਿੰਦਾ ਭਗਵਾਨ ਨੇ ਕਮਾਲ ਹੋ ਗਈ, ਅੱਜ ਤਾਂ ਰਾਜੇ ਨੇ ਉਹ ਚੀਜ਼ਾਂ ਦਿੱਤੀਆਂ ਵੀ ਪੁੱਛੋ ਹੀ ਕੁਛ ਨਾ। ਲਓ ਜੀ, ਹਫ਼ਤਾ ਨਿਕਲ ਗਿਆ, 10 ਦਿਨ ਨਿਕਲ ਗਏ, 2 ਮਹੀਨੇ ਨਿਕਲ ਗਏ, 6 ਮਹੀਨੇ ਨਿਕਲ ਗਏ, ਸਾਲ ਨਿਕਲ ਗਿਆ, ਤੇ ਮਿਲਿਆ ਉਹਨੂੰ ਕੱਖ ਵੀ ਨਹੀਂ, ਸਿਰਫ ਐਲਾਨ ਕੀਤਾ ਸੀ। ਉਹ ਫਕੀਰ ਫਿਰ ਰਾਜੇ ਦੇ ਕੋਲੇ ਚਲਾ ਗਿਆ, ਕਹਿੰਦਾ ਜਨਾਬ ਤੁਸੀਂ ਬਹੁਤ ਕੁਝ ਮੈਨੂੰ ਐਲਾਨਿਆ ਸੀ ਦੇਣ ਵਾਸਤੇ, ਮੈਨੂੰ ਦੇ ਦਿਓ ਹੁਣ, ਕਿਉਂਕਿ ਮੇਰਾ ਤਾਂ ਹਾਲ ਉਹੀ ਆ ਪਹਿਲਾਂ ਵਾਲਾ ਹੀ। ਕਹਿੰਦਾ ਦੇਖ, ਤੂੰ ਗਾਇਆ ਮੇਰੇ ਕੰਨਾਂ ਨੂੰ ਚੰਗਾ ਲੱਗਾ, ਮੈਂ ਐਲਾਨ ਕੀਤਾ ਤੇਰੇ ਕੰਨਾਂ ਨੂੰ ਚੰਗਾ ਲੱਗਾ, ਹਿਸਾਬ ਬਰਾਬਰ। ਦੇਸ਼ ਦੇ ਵਿੱਚ ਉਹੀ ਹਾਲਾਤ ਆ। ਅਸੀਂ ਉਹਨਾਂ ਦੇ ਕੋਲੇ ਜਾ ਕੇ ਮੰਗਾ ਰੱਖਦੇ ਆ, ਅਸੀਂ ਕਹਿੰਦੇ ਮੁਫਤ 'ਚ ਆ ਦੇ ਦਿਓ, ਮੁਫਤ 'ਚ ਆ ਦੇ ਦਿਓ, ਮੁਫਤ 'ਚ ਆ ਦੇ ਦਿਓ। ਉਹਦੇ ਕੰਨਾਂ ਨੂੰ ਚੰਗੀ ਲੱਗਦੀ ਹੈ ਗੱਲ ਵੀ ਭਾਈ ਇਹ ਮੰਗਤੇ ਆ ਗਏ ਆ, ਉਹ ਸਾਨੂੰ ਕਹਿੰਦੇ ਨੇ ਦੇ ਦਿਆਂਗੇ ਦੇ ਦਿਆਂਗੇ ਦੇ ਦਿਆਂਗੇ, ਇਹ ਸਾਨੂੰ ਚੰਗਾ ਲੱਗਦਾ, ਤੇ ਮਸਲਾ ਉੱਥੇ ਦਾ ਉੱਥੇ ਖੜਾ। ਬਿਲਕੁਲ ਸਹੀ ਗੱਲ ਹੈ ਟਾਣਾ ਸਾਹਿਬ, ਕਮਾਲ ਹੋਈ ਪਈ ਹੈ। ਪਰ ਲੋਕਾਂ ਨੂੰ ਆਪਣੇ ਦਿਮਾਗ ਦੇ ਦਰਵਾਜ਼ੇ ਖੋਲਣੇ ਚਾਹੀਦੇ ਨੇ, ਕਿਉਂਕਿ ਇਹਨਾਂ ਨੂੰ ਖੋਲਾਂਗੇ ਤਾਂ ਅੰਦਰ ਕੁਛ ਜਾਊਗਾ, ਜੇ ਅੰਦਰ ਜਾਊਗਾ ਤਾਂ ਸਵਾਲ ਕਰਨ ਜੋਗੇ ਹੋਵਾਂਗੇ, ਸਵਾਲ ਕਰਾਂਗੇ ਤਾਂ ਚੰਗੀਆਂ ਸਰਕਾਰਾਂ, ਚੰਗੇ ਲੋਕ ਅੱਗੇ ਲੈ ਕੇ ਆਵਾਂਗੇ। ਬਿਲਕੁਲ ਸਹੀ। ਜੱਜ ਦਾ ਵਿਚਾਰ। ਟਾਣਾ ਸਾਹਿਬ, ਪੱਛਮੀ ਬੰਗਾਲ ਦੇ ਨਤੀਜੇ ਕਮਾਲ ਜਗ ਜ਼ਾਹਰ ਹੋ ਗਏ। ਮੈਂ ਨਾ ਕਮਾਲਾਂ ਕਰਤੀਆਂ ਜੀ।
ਜਿਸ ਹਿਸਾਬ ਦੇ ਨਾਲ ਇਹ ਨਤੀਜੇ ਸਾਹਮਣੇ ਆਏ ਨੇ ਨਾ, ਸੱਚੀ ਇਉਂ ਲੱਗ ਰਿਹਾ ਸੀ ਜਿਵੇਂ ਮਤਲਬ ਸਾਰਾ ਕੁਝ ਠੀਕ ਹੈ ਕਿ ਹੋਰ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਪਰੋਂ ਨਤੀਜੇ ਆਉਂਦੇ ਨੇ, ਚੋਣਾਂ ਹੁੰਦੀਆਂ ਨੇ, ਪਰ ਪਤਾ ਨਹੀਂ ਕਿਉਂ ਪੱਛਮੀ ਬੰਗਾਲ ਦੇ ਵੱਲ ਖਾਸ ਤੌਰ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਕਿ ਆਖਰਕਾਰ ਨਤੀਜੇ ਕੀ ਸਾਹਮਣੇ ਆਉਣਗੇ। ਸਾਨੂੰ ਵੀ ਜਿਹੜੇ ਫੋਨ ਆਉਂਦੇ ਸੀ ਨਾ ਪਿਛਲੇ ਕਈ ਹਫ਼ਤਿਆਂ ਤੋਂ, ਇਹੀ ਸੀ ਵੀ ਪੱਛਮੀ ਬੰਗਾਲ ਦੇ ਵਿੱਚ ਕੀ ਬਣੂਗਾ। ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਫੇਰ ਸਰਕਾਰ ਆਊ ਕਿ ਨਹੀਂ, ਪੱਛਮੀ ਬੰਗਾਲ ਦੇ ਵਿੱਚ ਐਤਕੀ ਤਾਂ ਨਹੀਂ ਕੁਝ ਹੋ ਜਾਊਗਾ, ਕਿਤੇ ਇਉਂ ਤਾਂ ਨਹੀਂ ਹੋ ਜਾਊਗਾ, ਇਦਾਂ ਦੇ ਸਵਾਲ ਹਰ ਕੋਈ ਕਰਦਾ ਸੀਗਾ। ਪਰ ਜਦੋਂ ਨਤੀਜੇ ਆਉਣੇ ਸ਼ੁਰੂ ਹੋਏ, ਐਸੀ ਭੁਆਂਟਣੀ ਦਿੱਤੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ, ਉਹਦੀਆਂ 100 ਰੁਪਏ ਵਾਲੀਆਂ ਚੱਪਲਾਂ 10-10 ਲੱਖ ਰੁਪਏ ਦੇ ਸੂਟ ਤੇ ਇਹੋ ਜਿਹੀਆਂ ਭਾਰੀ ਪਈਆਂ ਵੀ ਕੀ ਕਹੀਏ ਤੇ ਕੀ ਨਾ ਕਹੀਏ। ਹੁਣ ਤਾਂ ਲੋਕਾਂ ਨੇ ਚੁਟਕਲੇ ਬਣਾਉਣੇ ਸ਼ੁਰੂ ਕਰਤੇ ਆ, ਕਹਿੰਦੇ ਛੜੇ ਬੰਦੇ ਨੂੰ ਜਨਾਨੀ ਨਾਲ ਮੁਕਾਬਲਾ ਕਰਨ ਦਾ ਤਜਰਬਾ ਨਹੀਂ ਹੁੰਦਾ। ਲੋਕ ਕਹਿੰਦੇ ਆ, ਅਸੀਂ ਨਹੀਂ ਕਹਿੰਦੇ, ਪਰ ਜਿਸ ਤਰੀਕੇ ਦੀ ਗੱਲ ਕੀਤੀ ਆ ਨਾ ਜੀ ਬਈ ਉਹਨੇ ਸਿਰਾ ਲਾਤਾ। ਵਾਕਈ ਕਿਉਂਕਿ ਇਸ ਵਕਤ ਜਦੋਂ 300 ਦੇ ਕਰੀਬ ਸੰਸਦ ਮੈਂਬਰ ਇੱਕ ਔਰਤ ਨੂੰ ਹਰਾਉਣ ਦੇ ਲਈ ਗਏ ਹੋਣ, ਪ੍ਰਧਾਨ ਮੰਤਰੀ ਸਾਹਿਬ ਨੇ ਖੁਦ 20 ਤੋਂ ਵੱਧ ਰੈਲੀਆਂ ਕੀਤੀਆਂ ਹੋਣ, ਗ੍ਰਹਿ ਮੰਤਰੀ ਨੇ ਦਰਜਨਾਂ ਦੀ ਗਿਣਤੀ 'ਚ ਰੈਲੀਆਂ ਕੀਤੀਆਂ ਹੋਣ, ਸਾਰੀਆਂ ਏਜੰਸੀਆਂ ਲੱਗੀਆਂ ਹੋਣ ਇੱਕ ਔਰਤ ਨੂੰ ਹਰਾਉਣ ਦੇ ਲਈ, ਲੱਖਾਂ ਦੀ ਗਿਣਤੀ ਦੇ ਵਿੱਚ ਸਮਰਥਕ ਲੱਗੇ ਹੋਣ ਔਰਤ ਨੂੰ ਹਰਾਉਣ ਦੇ ਲਈ, ਹਰ ਸੂਬੇ ਦੇ ਵਿੱਚ ਜਿੱਥੇ ਬੀਜੇਪੀ ਦੀ ਸਰਕਾਰ ਆ ਪੂਰਾ ਅਮਲਾ ਫੈਲਾ ਉੱਥੇ ਝੁੰਕਿਆ ਹੋਵੇ, ਕਰੋੜਾਂ ਅਰਬਾਂ ਰੁਪਈਆ ਲੱਗਿਆ ਹੋਵੇ, ਤੇ ਫਿਰ ਵੀ ਉਹ ਔਰਤ ਜਿੱਤ ਜਾਵੇ, ਤੇ ਇਹ ਹੈ ਕਿਉਂ ਨਹੀਂ ਕਮਾਲ ਦੀ ਗੱਲ। ਬਿਲਕੁਲ ਸਹੀ। ਪਰ ਹੁਣ ਨਾ ਥੋੜੀ ਜੀ ਆਪਾਂ ਪਿਛਲਖੋਰੀ ਝਾਤ ਮਾਰਦੇ ਆ ਟਾਣਾ ਸਾਹਿਬ, ਜਿਹੋ ਜਿਹੇ ਲਫ਼ਜ਼ ਉਸ ਔਰਤ ਦੇ ਲਈ ਵਰਤੇ ਗਏ, ਜੋ ਗੱਲਾਂ ਇੰਨੇ ਉੱਚੇ ਅਹੁਦੇ ਦੇ ਉੱਪਰ ਹੋਣ ਦੇ ਬਾਵਜੂਦ ਵੀ ਇੱਕ ਔਰਤ ਦੇ ਲਈ ਕਈਆਂ ਗਈਆਂ, ਵਰਤੀਆਂ ਗਈਆਂ, ਉਹ ਵਾਕਈ ਬਹੁਤ ਸ਼ਰਮਨਾਕ ਸੀ। ਇੰਨੀਆਂ ਕਿ ਸ਼ਰਮਨਾਕ ਵੀ ਪੁੱਛੋ ਕੁਛ ਨਾ। ਤੇ ਧੰਨਵਾਦ ਤਾਂ ਪੱਛਮੀ ਬੰਗਾਲ ਦੇ ਲੋਕਾਂ ਦਾ, ਹਰ ਭਾਰਤੀ ਉਹ ਕਰ ਰਿਹਾ ਜਿਹੜਾ ਕਿ ਸੱਭਿਅਕ ਸ਼ਬਦਾਵਲੀ ਦੀ ਵਰਤੋਂ ਕਰਦਾ। ਬਿਲਕੁਲ ਸਹੀ। ਜਿਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ 2 ਮਈ दीदी गई, दीदी की स्कूटी तो ऐसे गिर जाएगी। कोई ये गल कह रहा भाई भाई इसकी टांग पर तो कुछ हुआ ही नहीं, ये तो पैदल चलकर इस्तीफा देगी, इसकी तो साड़ी भी नहीं बांधनी आती, एक टांग ऐसे कर लेती है एक वैसे कर लेती है। ये टपोरियां वाली भाषा सी जी, ये मुस्टंडियां ਜਿਹੀ ਵਾਲੀ ਭਾਸ਼ਾ ਸੀਗੀ। ਇੱਥੋਂ ਤੱਕ ਇਹ ਵੀ ਕਿਹਾ ਗਿਆ ਸੀ ਕਿ ਦੀਦੀ ਨੂੰ ਨਿੱਕਰ ਪਾ ਲੈਣੀ ਚਾਹੀਦੀ ਹੈ ਤਾਂ ਜੋ ਆਪਣੀ ਲੱਤ ਚੰਗੀ ਤਰ੍ਹਾਂ ਲੋਕਾਂ ਨੂੰ ਦਿਖਾ ਸਕੇ। ਇਉਂ ਲੱਗਦਾ ਸੀ ਵੀ ਮੁਸਟੰਡੇ ਨਾ ਕਿਸੇ ਮੋੜ ਦੇ ਉੱਤੇ ਖੜੇ ਆ ਤੇ ਰਾਹ ਜਾਂਦੀ ਕੁੜੀ ਦੇ ਉੱਤੇ ਟਿੱਪਣੀਆਂ ਕਰ ਰਹੇ ਆ ਮਾੜੀਆਂ। ਲੱਗਦਾ ਹੀ ਨਹੀਂ ਸੀ ਵੀ ਦੇਸ਼ ਦੇ ਚੁਣੇ ਹੋਏ ਪ੍ਰਤੀਨਿਧ ਜਿਹੜੇ ਉਹ ਇੱਕ ਦੂਜੇ ਦੇ ਬਾਬਤ ਗੱਲਬਾਤ ਕਰ ਰਹੇ ਆ। ਪਰ ਪੱਛਮੀ ਬੰਗਾਲ ਦੇ ਲੋਕਾਂ ਨੂੰ ਇਹਨਾਂ ਸ਼ਬਦਾਂ ਦੇ ਉੱਤੇ ਵੀ ਇਤਰਾਜ਼ ਹੋਇਆ ਵੀ ਸਾਡੇ ਸੂਬੇ ਦੀ ਮੁੱਖ ਮੰਤਰੀ ਤੇ ਗੱਲ ਕਰਦੇ ਆ। ਅਸੀਂ ਤਾਂ ਕਈ ਵਾਰੀ ਸਵਾਦ ਵੀ ਲੈਣ ਲੱਗ ਜਾਂਦੇ, ਸਾਡੇ ਪੰਜਾਬੀਆਂ ਦੇ ਸੁਭਾਅ ਦਾ ਹਿੱਸਾ ਵੀ ਉਹਨੂੰ ਐ ਕਹਤਾ ਝਟਕਾਰਾ ਲੈ ਲਈਏ, ਆਪ ਵੀ 4 ਅੱਖਰ ਲਿਖ ਦਿੰਦੇ ਆ। ਪਰ ਉਹਨਾਂ ਲੋਕਾਂ ਨੇ ਸੰਜੀਦਗੀ ਵਿਖਾਈ ਆ, ਉਹਨਾਂ ਲੋਕਾਂ ਨੇ ਗੰਭੀਰਤਾ ਵਿਖਾਈ ਆ। ਗੱਲ ਇਹ ਨਹੀਂ ਵੀ ਭਾਈ ਆਉਂਦੇ ਸਮੇਂ 'ਚ ਕੀ ਬਣੂਗਾ, ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਵੱਲੋਂ ਕਿਹਾ ਜਾਂਦਾ ਸੀ ਵੀ ਸਾਨੂੰ ਜਿੱਤਣਾ ਆਉਂਦਾ, ਸਾਨੂੰ ਪਤਾ ਸੀ ਕੀ ਕਰ ਦਿਖਾਉਣਾ, ਆ ਮੁੱਠੀ ਭਰ ਕਿਸਾਨ ਸਾਡਾ ਕੀ ਵਿਗਾੜ ਲੈਣਗੇ। ਨਿੱਤੇ ਗੱਲ ਕਹਿੰਦੇ ਸੀ, ਉਹਨਾਂ ਮੁੱਠੀ ਭਰ ਕਿਸਾਨਾਂ ਨੇ ਵੀ ਇਹ ਦੱਸਤਾ ਵੀ ਸਾਡੀ ਤਾਕਤ ਕੀ ਆ। ਉਹਨਾਂ ਨੇ ਦੱਸਤਾ ਵੀ ਅਸੀਂ ਮੁੱਠੀ ਭਰ ਨਹੀਂ ਆ, ਕਿਉਂਕਿ ਮਮਤਾ ਬੈਨਰਜੀ ਦੀ ਕਿਸਾਨਾਂ ਨਾਲ ਬਹੁਤ ਨੇੜਤਾ ਰਹੀ ਆ। ਸ਼ਾਇਦ ਸਾਡੇ ਦਰਸ਼ਕਾਂ ਦੇ ਕੁਝ ਹਿੱਸੇ ਨੂੰ ਪਤਾ ਨਾ ਹੋਵੇ ਕਿ 2007 ਦੇ ਵਿੱਚ ਨੰਦੀਗ੍ਰਾਮ ਦੇ ਵਿੱਚ ਕੈਮੀਕਲ ਫੈਕਟਰੀ ਦਾ ਵਿਰੋਧ ਕੀਤਾ ਗਿਆ ਸੀ, ਕਿਸਾਨਾਂ ਦੇ ਵੱਲੋਂ ਅੰਦੋਲਨ ਕੀਤਾ ਗਿਆ ਸੀ। ਉਦੋਂ ਦੀ ਸਰਕਾਰ ਦੇ ਵੱਲੋਂ ਤੇ ਕੁਝ ਕੁ ਸਮਰਥਕਾਂ ਦੇ ਵੱਲੋਂ ਤੇ ਕੁਝ ਪੁਲਿਸ ਵਾਲਿਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ, ਜਿਹਦੇ ਕਰਕੇ 14 ਕਿਸਾਨ ਸ਼ਹੀਦ ਹੋ ਗਏ। ਉਸ ਤੋਂ ਬਾਅਦ ਨੰਦੀਗ੍ਰਾਮ ਦੇ ਇਸ ਅੰਦੋਲਨ ਨੂੰ ਮੁੱਖ ਰੱਖ ਕੇ ਮਮਤਾ ਬੈਨਰਜੀ ਨੇ ਬਹੁਤ ਵੱਡਾ ਸੰਘਰਸ਼ ਵਿੱਢਿਆ ਤੇ ਫਿਰ 2011 ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰ ਬਣੀ ਮਮਤਾ ਬੈਨਰਜੀ ਦੀ, ਜਿਸ ਤਰੀਕੇ ਨਾਲ ਫਿਰ 2016 ਦੇ ਵਿੱਚ ਬਣੀ ਤੇ ਜਿਵੇਂ ਹੁਣ ਬਣ ਗਈ ਹੈ, ਇਹ ਸਾਰਾ ਕਿਸਾਨਾਂ ਦੇ ਅੰਦੋਲਨ ਦੇ ਵਿੱਚੋਂ ਨਿਕਲਿਆ ਹੋਇਆ ਤੇ ਹੁਣ ਵੀ ਉਹ ਕੁਝ ਹੋਇਆ ਜੀ। ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਕਿ ਇਸ ਜਿੱਤ ਤੋਂ ਇਹ ਗੱਲ ਜ਼ਰੂਰ ਸਾਫ਼ ਹੋ ਗਈ ਕਿ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਪਾਉਂਦੇ ਕੀ ਹੋ, ਇਹ ਬਿਲਕੁਲ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਲੱਖਾਂ ਦਾ ਸੂਟ ਪਾਉਂਦੇ ਹੋ, ਤੁਸੀਂ 400 ਰੁਪਏ ਦੀ ਸਾੜੀ ਪਾਉਂਦੇ ਹੋ, ਤੁਸੀਂ ਪੈਰਾਂ 'ਚ ਜੁੱਤੀ ਕਿਹੜੀ ਪਾਉਂਦੇ ਹੋ। ਮਾਇਨੇ ਇਹ ਰੱਖਦਾ ਕਿ ਤੁਹਾਡੇ ਅੰਦਰ ਕੀ ਹੈ, ਤੁਹਾਡੀ ਸੋਚ ਕੀ ਹੈ, ਤੁਸੀਂ ਲੋਕਾਂ ਦੇ ਕਿੰਨੇ ਹਰਮਨ ਪਿਆਰੇ ਹੋ, ਤੁਸੀਂ ਲੋਕਾਂ ਬਾਰੇ ਕੀ ਸੋਚਦੇ ਹੋ ਤੇ ਲੋਕਾਂ ਲਈ ਕੀ ਕਰਦੇ ਹੋ, ਇਹ ਮਾਇਨੇ ਰੱਖਦਾ ਹੈ। ਆਪਣੇ ਮਹਿੰਗੇ ਮਹਿੰਗੇ ਪੈਨ, ਮਹਿੰਗੇ ਮਹਿੰਗੇ ਸੂਟ ਬੂਟ ਦਿਖਾ ਕੇ ਤੁਸੀਂ ਲੋਕਾਂ ਨੂੰ ਭਰਮਾ ਨਹੀਂ ਸਕਦੇ। ਲੋਕਾਂ ਦੇ ਵਿੱਚ ਲੋਕਾਂ ਵਰਗੇ ਬਣ ਕੇ ਰਹਿ ਗਏ ਨਾ ਤੇ ਲੋਕ ਪਿਆਰ ਦਿੰਦੇ ਆ। ਜੇ ਲੋਕਾਂ ਦੇ ਮੱਥੇ ਨਾ ਲੱਗ ਗਏ ਤੇ ਆਪਦਾ ਟੌਰ ਟੱਪੇ 'ਚ ਫਿਰਦੇ ਰਹਿ ਗਏ ਤੇ ਲੋਕ ਕਹਿੰਦੇ ਫਿਰਦਾ ਰਹੇ, ਪਰ ਇੱਧਰ ਵੀ ਕਿਹੜਾ ਵੇਲਣੇ 'ਚ ਬਾਹ ਆਈ ਆ। ਸੋ ਇਸ ਕਰਕੇ ਲੋਕਾਂ ਨੇ ਜੋ ਕਰ ਦਿਖਾਇਆ ਉਹਦੇ ਤੋਂ ਸਬਕ ਸਿੱਖਣਾ ਚਾਹੀਦਾ ਜੀ। ਜੱਜ ਦਾ ਵਿਚਾਰ। ਟਾਣਾ ਸਾਹਿਬ ਹਰ ਪਾਸੇ ਨਤੀਜਿਆਂ ਦੀ ਗੱਲ ਜ਼ਰੂਰ ਹੋ ਰਹੀ ਹੈ ਅੱਜ ਪੱਛਮੀ ਬੰਗਾਲ ਦੇ ਨਤੀਜਿਆਂ ਦੀ ਗੱਲ। ਹਾਲਾਂਕਿ 5 ਸੂਬਿਆਂ ਦੇ ਵਿੱਚ ਹੋਈਆਂ ਸੀ ਵੋਟਾਂ, ਜਿਸ ਤੋਂ ਬਾਅਦ 5 ਸੂਬਿਆਂ ਦੇ ਨਤੀਜੇ ਜਿਹੜੇ ਸਾਹਮਣੇ ਆਏ, ਜਿਹਦੇ ਚੋਂ 3 ਥਾਵਾਂ ਦੇ ਉੱਪਰ ਬੀਜੇਪੀ ਦੀ ਸਰਕਾਰ ਨਹੀਂ ਬਣ ਸਕੀ, 2 ਥਾਵਾਂ ਦੇ ਉੱਤੇ ਬਣ ਗਈ। ਸੋ ਗੱਲ ਇਹ ਹੈ ਕਿ ਇਸ ਤੋਂ ਬਾਅਦ ਵਿੱਚ ਨਾ ਕਈ ਤਰ੍ਹਾਂ ਦੀਆਂ ਚਰਚਾਵਾਂ ਜ਼ਰੂਰ ਛਿੜੀਆਂ। ਪਰ ਜੇ ਪੱਛਮੀ ਬੰਗਾਲ ਦੀ ਹੀ ਗੱਲ ਕਰੀਏ ਤਾਂ ਇੱਕ ਪਾਸੇ ਤਾਂ 200 ਤੋਂ ਵੱਧ ਸੀਟਾਂ ਲੈ ਜਾਣਾ ਤੇ ਦੂਸਰੇ ਬੰਨੇ ਨੰਦੀਗ੍ਰਾਮ ਤੋਂ ਜਿੱਥੋਂ ਮਮਤਾ ਬੈਨਰਜੀ ਆਪ ਖੜੇ ਸੀ ਉੱਥੋਂ ਉਹਨਾਂ ਦਾ ਹਾਰ ਜਾਣਾ, ਇਹ ਸਾਰਾ ਕੁਝ ਬਹੁਤ ਵੱਡੇ ਵੱਡੇ ਸਵਾਲ ਖੜੇ
ਕਰ ਗਿਆ। ਦੇਖੋ ਮਮਤਾ ਬੈਨਰਜੀ ਨੇ ਹਾਰਨ ਤੋਂ ਬਾਅਦ ਇਹ ਗੱਲ ਕਹੀ ਹੈ ਕਿ ਮੈਨੂੰ ਇਹ ਫਤਵਾ ਵੀ ਕਬੂਲ ਆ, ਮੈਨੂੰ ਲੋਕਾਂ ਦਾ ਫੈਸਲਾ ਮਨਜ਼ੂਰ ਆ, ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਅਦਾਲਤ ਦਾ ਦਰਵਾਜ਼ਾ ਖੜਕਾਉਂਗੀ। ਪਹਿਲਾਂ ਇਹ ਗੱਲ ਕਹੀ ਗਈ ਵੀ 1200 ਦੇ ਉੱਤੇ ਜਿੱਤ ਗਏ ਆ ਜੀ, ਸ਼ੁਭੇਂਦੂ ਅਧਿਕਾਰੀ ਹਾਰ ਗਏ ਆ। ਬਾਅਦ ਦੇ ਵਿੱਚ ਇਹ ਖਬਰ ਆਈ, ਚੋਣ ਕਮਿਸ਼ਨ ਦੇ ਵੱਲੋਂ ਵੈਬਸਾਈਟ ਦੇ ਉੱਤੇ ਪਾਈ ਗਈ ਵੀ ਭਾਈ ਨੰਦੀਗ੍ਰਾਮ ਤੋਂ ਮਮਤਾ ਬੈਨਰਜੀ ਸ਼ੁਭੇਂਦੂ ਦੇ ਕੋਲੋਂ ਹਾਰ ਗਏ ਆ। ਸੋ ਇਸ ਗੱਲ ਦੇ ਉੱਤੇ ਲੋਕਾਂ ਦੇ ਮਨਾਂ ਵਿੱਚ ਵੀ ਭੰਬਲ ਭੂਸਾ ਵੀ ਮੀਡੀਆ ਕੁਝ ਹੋਰ ਕਹੀ ਜਾਂਦਾ, ਚੋਣ ਕਮਿਸ਼ਨ ਕੁਝ ਹੋਰ ਕਹੀ ਜਾਂਦਾ, ਬੀਜੇਪੀ ਦੇ ਆਗੂ ਕੁਝ ਹੋਰ ਕਹੀ ਜਾਂਦੇ ਆ। ਸੋ ਮਮਤਾ ਬੈਨਰਜੀ ਨੇ ਕਿਹਾ ਜੀ ਕਿ ਸਾਡੇ ਨਾਲ ਧੋਖਾ ਹੋਇਆ, ਸਾਡੇ ਨਾਲ ਸ਼ਰਾਰਤ ਹੋਈ ਆ ਤੇ ਅਸੀਂ ਇਸ ਦੇ ਖਿਲਾਫ ਆਵਾਜ਼ ਚੁੱਕਾਂਗੇ। ਅਸੀਂ ਦੇਸ਼ ਦੀਆਂ ਬਾਕੀ ਪਾਰਟੀਆਂ ਨੂੰ ਵੀ ਕਵਾਂਗੇ ਵੀ ਕੱਲ ਨੂੰ ਤੁਹਾਡੀ ਵੀ ਵਾਰੀ ਇਉਂ ਆ ਸਕਦੀ ਆ। ਉਸ ਤੋਂ ਅਗਲੀ ਗੱਲ ਹੋਰ ਆ ਵੀ ਸੋਨੀਆ ਗਾਂਧੀ ਨੇ ਰਾਹੁਲ ਗਾਂਧੀ ਨੂੰ ਮੁਬਾਰਕਾਂ ਦਿੱਤੀਆਂ, ਕਹਿੰਦੇ ਮੇਰੇ ਕਾਬਲ ਪੁੱਤ ਨੇ ਬਿਲਕੁਲ ਨਹੀਂ ਆਪਦਾ ਸਟੈਂਡ ਬਦਲਿਆ, ਨਾ ਪਹਿਲਾਂ ਕੁਝ ਖੱਟਿਆ ਸੀ ਨਾ ਅੱਜ ਖੱਟਿਆ। ਕੇਰਲ ਦੇ ਵਿੱਚ ਇਸ ਵਕਤ ਵਾਇਨਾਡ ਸੀਟ ਆ, ਉਸ ਥਾਂ ਤੋਂ ਰਾਹੁਲ ਗਾਂਧੀ ਆ ਜਿਹੜੇ ਉਹ ਕਾਂਗਰਸ ਦੇ ਸੰਸਦ ਮੈਂਬਰ ਆ, ਪਰ ਕੇਰਲ ਦੇ ਵਿੱਚ ਵੀ ਨਹੀਂ ਕੱਖ ਕਰਕੇ ਵਿਖਾ ਸਕੇ, ਅਸਾਮ ਦੇ ਵਿੱਚ ਵੀ ਨਹੀਂ ਕੁਝ ਹੋਇਆਗਾ। ਇੱਧਰ ਜਿੱਥੇ ਜਿੱਥੇ ਪੱਛਮੀ ਬੰਗਾਲ ਚ ਰੈਲੀਆਂ ਕੀਤੀਆਂ ਉੱਥੇ ਜ਼ਮਾਨਤਾਂ ਜ਼ਬਤ ਹੋ ਗਈਆਂ, ਬੰਬ ਬੁਲਾਤੇ ਉਹਨਾਂ ਨੇ ਪੂਰੀ ਤਰ੍ਹਾਂ। ਦੇਖੋ ਗੱਲ ਇਹ ਹੈ ਕਿ ਕਾਂਗਰਸ ਨੂੰ ਨਾ ਇਸ ਵੇਲੇ ਸੱਚੀ ਸਵੈ ਪੜਚੋਲ ਕਰਨ ਦੀ ਲੋੜ ਹੈ, ਜਿਸ ਹਿਸਾਬ ਦੇ ਨਾਲ ਪੂਰੇ ਭਾਰਤ ਦੇ ਵਿੱਚ ਮੈਨੂੰ ਤਾਂ ਇਹੋ ਲੱਗਦਾ ਵੀ ਜਿੰਨਾ ਹੁਣ ਨੁਕਸਾਨ ਹੋ ਗਿਆ ਹੁਣ ਤਾਂ ਭਾਵੇਂ ਨਾ ਹੀ ਕਰਨ, ਹੁਣ ਰਹਿ ਕੀ ਗਿਆ। ਨਹੀਂ ਪਰ ਟੈਣਾ ਸਾਹਿਬ ਦੇਖੋ ਗੱਲ ਇਹ ਹੈ ਇਕੱਲੀ ਕਾਂਗਰਸ ਦੇ ਉੱਪਰ ਗੱਲ ਲਾਗੂ ਨਹੀਂ ਹੁੰਦੀ। ਦੇਖੋ ਕੋਈ ਵੀ ਸਰਕਾਰ ਜਿਹੜੀ ਹੈ ਉਹ ਕੰਮ ਤਾਂ ਹੀ ਕਰਦੀ ਹੈ ਜੇਕਰ ਵਿਰੋਧੀਆਂ ਦੇ ਵਿੱਚ ਵੀ ਦਮ ਹੋਵੇ, ਜੇਕਰ ਵਿਰੋਧ ਦੇ ਵਿੱਚ ਵੀ ਜਿਹੜੀਆਂ ਪਾਰਟੀਆਂ ਨੇ ਉਹ ਕੋਈ ਦਮ ਰੱਖਦੀਆਂ ਹੋਣ। ਤੇ ਆਪਾਂ ਜੇ ਸਰਕਾਰ 'ਚ ਨਹੀਂ ਆ ਰਹੇ ਤਾਂ ਵਿਰੋਧ 'ਚ ਆਉਣ ਦੀ ਕੋਸ਼ਿਸ਼ ਤਾਂ ਕਰੀਏ। ਇੱਕ ਵਾਰੀ ਇੱਕ ਬੰਦੇ ਨੇ ਆਪਦੇ ਮੁੰਡੇ ਨੂੰ ਕਿਹਾ ਕਹਿੰਦਾ ਪੁੱਤ ਆਪਣਾ ਕਾਰੋਬਾਰ ਘਾਟੇ 'ਚ ਚੱਲਦਾ ਕਿਵੇਂ ਕਰਗੇ। ਉਹਨੇ ਤਾਂ ਸੋਚਿਆ ਵੀ ਮੁੰਡੇ ਨੇ ਬਹੁਤ ਵੱਡੀਆਂ ਡਿਗਰੀਆਂ ਗੁਰੀਆਂ ਕੀਤੀਆਂ ਬਿਜ਼ਨਸ ਦੀਆਂ ਤੇ ਇਹ ਕੋਈ ਵਧੀਆ ਰਾਏ ਦੇਊਗਾ, ਕਹਿੰਦਾ ਪਾਪਾ ਬੰਦ ਕਰ ਦੇ, ਸਾਰਾ ਘਾਟਾ ਹੀ ਖਤਮ। ਚਲੋ ਇਹ ਕਾਂਗਰਸ ਦਾ ਉਹ ਹਾਲ ਹੋਇਆ ਪਿਆ। ਰਾਹੁਲ ਗਾਂਧੀ ਹੋ ਸਕਦਾ ਕੱਲ ਨੂੰ ਚੋਣ ਹੀ ਨਹੀਂ ਲੜਦੇ, ਗੱਲ ਹੀ ਖਤਮ, ਨਾ ਲੜਾਂਗੇ ਨਾ ਜਿੱਤਾਂਗੇ ਨਾ ਹਾਰਾਂਗੇ। ਜੀ ਬਿਲਕੁਲ, ਸੋ ਇਹਨਾਂ ਨੂੰ ਸਵੈ ਪੜਚੋਲ ਕਰਨੀ ਚਾਹੀਦੀ ਹੈ, ਸੋਚਣਾ ਚਾਹੀਦਾ ਹੈ ਕਿ ਵਿਰੋਧ ਦੇ ਵਿੱਚ ਆ ਕੇ ਜੇਕਰ ਚੰਗੀ ਭੂਮਿਕਾ ਅਸੀਂ ਨਹੀਂ ਨਿਭਾਵਾਂਗੇ ਤਾਂ ਸੁਪਨਾ ਤਾਂ ਆਲਰੇਡੀ ਸਾਫ਼ ਹੋ ਚੁੱਕਿਆ, ਅੱਗੇ ਸਾਫ਼ ਹੋ ਚੁੱਕਿਆ ਹੈ। ਪੂਰੇ ਭਾਰਤ ਦੇ ਵਿੱਚ ਇਸ ਵੇਲੇ ਕਾਂਗਰਸ ਨੂੰ ਕੋਈ ਨਹੀਂ ਪੁੱਛ ਰਿਹਾ, ਕੋਈ ਇੱਕ ਦੋ ਥਾਂ ਦੇ ਉੱਪਰ ਹੋ ਸਕਦਾ ਕਿ ਲੋਕ ਜਿਹੜੇ ਨੇ ਹਾਲੇ ਵੀ ਵਿਸ਼ਵਾਸ ਕਰਦੇ ਹੋਣ, ਪਰ ਜਿਹੜੇ ਨਤੀਜੇ ਸਾਹਮਣੇ ਆ ਰਹੇ ਨੇ ਉਹ ਸਾਰਾ ਕੁਝ ਬਿਆਨ ਕਰ ਰਹੇ ਨੇ। ਸੋ ਸੋਚਣਾ ਵਿਚਾਰਨਾ ਚਾਹੀਦਾ ਵੀ ਆਪਾਂ ਕੁਝ ਕਰੀਏ। ਇਸ ਵਕਤ ਜ਼ਰੂਰਤ ਇਸ ਗੱਲ ਦੀ ਆ ਵੀ ਲੰਬੜਦਾਰੀ ਛੱਡੀ ਜਾਵੇ ਕਿ ਅਗਵਾਈ ਕੌਣ ਕਰੂਗਾ, ਮੈਂ ਪ੍ਰਧਾਨ ਮੰਤਰੀ ਬਣੂਗਾ, ਸੰਭਾਵਨਾ ਤੁਹਾਡੀ ਕਿੱਥੇ ਆ। ਇਸ ਕਰਕੇ ਜਿਹਨੂੰ ਵੀ ਇਸ ਵਕਤ ਲੋਕ ਪ੍ਰਭਾਵਸ਼ਾਲੀ ਮੰਨਦੇ ਆ ਉਹਦੇ ਮਗਰ ਆਪ ਲੱਗ ਤੁਰੋ, ਤੁਹਾਡੀ ਵੀ ਇੱਜ਼ਤ ਬਚੀ ਰਹੂਗੀ ਤੇ ਮੁਕਾਬਲਾ ਵੀ ਤਿੱਖਾ ਹੋਊਗਾ। ਜਦੋਂ ਤੁਸੀਂ ਖਖੜੀਆਂ ਕਰੇਲੇ ਹੋ ਕੇ ਰਹਿੰਦੇ ਆ ਤੇ ਫਿਰ ਉਹ ਕਹਿੰਦੇ ਭਾਈਓ ਇਹ ਤਾਂ ਆਏਂਗੇ ਔਰ ਜਾਏਂਗੇ ਤੇ ਜਾਂਦੇ ਹੀ ਆਉਂਦੇ ਹੈ ਹੀ ਨਹੀਂ। ਪਰ ਟੈਣਾ ਸਾਹਿਬ ਗੱਲ ਇਹ ਹੈ ਕਿ ਹੁਣ ਕਾਂਗਰਸ ਮੋਰੇ ਕਰੇ ਤਾਂ ਕਰੇ ਵੀ ਕਿਹਨੂੰ, ਕੰਮ ਕਰੇ ਲੋਕਾਂ 'ਚ ਵਿਚਰੇ। ਹਾਂ ਥੋੜਾ ਜਿਹਾ ਨਾ ਮਤਲਬ ਉਹ ਕਿੱਥੇ ਜਾਂਦੇ ਹੁੰਦੇ ਰਾਹੁਲ ਗਾਂਧੀ ਕੀ ਕਰਨ ਦੇ ਲਈ, ਇਧਰ ਛੁੱਟੀਆਂ ਕੱਟਣ। ਆ ਹੁਣ ਜੂਨ ਦਾ ਮਹੀਨਾ ਸ਼ੁਰੂ ਹੋ ਜਾਣਾ, ਉਹਨਾਂ ਨੇ ਇਟਲੀ ਜਾਣਾ ਨਾਨਕੀ, ਉੱਥੇ ਬੰਟੇ ਬੁੰਟੇ ਖੇਡਣਗੇ, ਗੁੱਲੀ ਡੰਡਾ ਖੇਡਣਗੇ। ਉਹ ਨਹੀਂ ਉਹ ਕੀ ਉਹ ਇੱਕ ਹੋਰ ਉੱਥੇ ਜਾਂਦੇ ਨਹੀਂ ਹੁੰਦੇ ਜਿੱਥੇ ਉਹ ਕਹਿੰਦੇ ਹੁੰਦੇ ਵੀ ਉਹ ਅੰਤਰ ਧਿਆਨ ਹੋ ਰਹੇ ਨੇ, ਉੱਥੇ ਜਾ ਕੇ ਉਹ ਆਪਣਾ ਧਿਆਨ ਲਗਾ ਰਹੇ ਨੇ। ਉੱਥੇ ਧਿਆਨ ਲਾਉਣ ਦੀ ਥਾਂ ਤੇ ਰਾਜਨੀਤੀ 'ਚ ਧਿਆਨ ਲਾਉਣਾ ਚਾਹੀਦਾ ਵੀ ਅਸੀਂ ਕੁਝ ਕਰੀਏ, ਨਹੀਂ ਤਾਂ ਉੱਥੇ ਤਾਂ ਧਿਆਨ ਤੁਸੀਂ ਲਾਈ ਜਾ ਰਹੇ ਹੋ ਫਿਰ, ਹਨਾ। ਨਾਲੇ ਸਭ ਤੋਂ ਵੱਡੀ ਚੀਜ਼ ਇਹ ਹੈ ਟੈਣਾ ਸਾਹਿਬ ਕਿ ਜਿੱਦਾਂ ਲੋਕ ਖਿਲਰੇ ਪਏ ਨੇ ਨਾ, ਜਿੰਨੇ ਵੀ ਖੱਬੇ ਪੱਖੀ ਨੇ, ਜਿੰਨੀਆਂ ਵੀ ਵਿਰੋਧੀ ਪਾਰਟੀਆਂ ਨੇ, ਜਿਸ ਤਰੀਕੇ ਦੇ ਨਾਲ ਖਿਲਰੀਆਂ ਹੋਈਆਂ ਨੇ, ਕੋਈ ਆਉਣ ਨੂੰ ਤੁਰਿਆ ਜਾਂਦਾ, ਕੋਈ ਆਉਣ ਨੂੰ, ਹਰ ਕੋਈ ਆਪਣੇ ਆਪ ਨੂੰ ਮੁੱਖ ਮੰਤਰੀ ਮੰਨ ਰਿਹਾ, ਹਰ ਕੋਈ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਮੰਨ ਰਿਹਾ। ਕਿਤੇ ਨਾ ਕਿਤੇ ਵੀ ਇੱਕ ਬਹੁਤ ਵੱਡਾ ਕਾਰਨ ਹੈ ਜਿਹਦੇ ਕਰਕੇ ਬੀਜੇਪੀ ਜਿਹੜੀ ਆ ਉਹ ਅੱਗੇ ਜਾਂਦੀ ਰਹੀ ਹੈ। ਬਿਲਕੁਲ ਜਾਂਦੀ ਰਹੀ ਆ, ਉਹਨਾਂ ਦੇ ਕੋਲੇ ਤਾਕਤ ਵੀ ਆ, ਉਹਨਾਂ ਨੇ ਤਾਕਤ ਪੈਦਾ ਵੀ ਕੀਤੀ ਹੈ। ਉਹਨਾਂ ਨੇ ਉਸ ਗੱਲ ਨੂੰ ਸਮਝਿਆ ਵੀ ਲੋਕਾਂ ਨੂੰ ਕਿਹੜੀ ਚਾਬੀ ਲੱਗਦੀ ਆ, ਤੇ ਆਪਾਂ ਨਹੀਂ ਸਮਝੇ। ਆਪਾਂ ਇੰਨਾ ਚਿਰ ਸੱਤਾ ਦੇ ਉੱਤੇ ਕਾਬਜ਼ ਰਹੇ ਆ ਪਰ ਫਿਰ ਵੀ ਨਹੀਂ ਕੁਝ ਕਰਕੇ ਦਿਖਾਇਆ। ਤੁਸੀਂ ਇਹ ਦੇਖੋ ਵੀ ਡਾਕਟਰ ਮਨਮੋਹਨ ਸਿੰਘ ਤੋਂ ਬਾਅਦ ਕਾਂਗਰਸ ਦੇ ਪਿੜ ਪੱਲੇ ਅੱਜ ਦੀ ਤਰੀਕੇ ਦੇ ਵਿੱਚ ਹੈ ਕੀ ਆ, ਕੁਝ ਵੀ ਨਹੀਂ। ਜੇ ਉਹ ਬੁੱਢੇ ਨਾ ਹੁੰਦੇ ਤਾਂ ਸ਼ਾਇਦ ਅੱਜ ਵੀ ਕਾਂਗਰਸ ਦੇ ਪਿੜ ਪੱਲੇ ਰਹਿੰਦਾ, ਪਰ ਦੂਜਾ ਨੇਤਾ ਨਹੀਂ ਪੈਦਾ ਕਰ ਸਕੇ ਜਿਹਦੇ ਉੱਤੇ ਲੋਕ ਭਰੋਸਾ ਕਰ ਸਕਣ। ਬਿਲਕੁਲ। ਸੋ ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਮੁਕਾਬਲੇ ਤਿੱਖੇ ਹੋਣੇ ਚਾਹੀਦੇ ਆ। ਤਿੱਖੇ ਮੁਕਾਬਲੇ ਦੇ ਵਿੱਚੋਂ ਦੇਸ਼ ਹਿੱਤ ਦੇ ਵਿੱਚ ਕੁਝ ਨਿਕਲ ਸਕਦਾ, ਇੱਕ ਪਾਸੜ ਗੱਲ ਦੇ ਵਿੱਚੋਂ ਕੁਝ ਨਹੀਂ ਨਿਕਲਦਾ। ਤਿੱਖੀਆਂ ਬਹਿਸਾਂ, ਤਿੱਖੇ ਮੁਕਾਬਲੇ, ਤਿੱਖੀ ਚਰਚਾ, ਸਾਰਾ ਕੁਝ ਹੋਣਾ ਬੜਾ ਜ਼ਰੂਰੀ ਹੈ। ਨਾਲੇ ਰਾਜਨੀਤੀ ਦੀ ਗੱਲ ਹੋਵੇ, ਰਾਜਨੀਤੀ 'ਚ ਰਹਿ ਕੇ ਇਹ ਨਹੀਂ ਵੀ ਫਲਾਣੇ ਦੀ ਸਲਵਾਰ ਇਦਾਂ ਦੀ ਆ, ਫਲਾਣੇ ਦੀ ਸ਼ਕਲ ਇਦਾਂ ਦੀ ਆ, ਫਲਾਣੇ ਦਾ ਚਰਿੱਤਰ ਇਦਾਂ ਦਾ, ਫਲਾਣੇ ਦਾ ਘਰ ਇਦਾਂ ਦਾ। ਉਹਨਾਂ ਗੱਲਾਂ ਤੋਂ ਕਿਸੇ ਨੇ ਕੀ ਲੈਣਾ ਦੇਣਾ। ਲੋਕ ਜਿਹੜੇ ਨੇ ਉਹ ਮੁੱਦਿਆਂ ਦੀ ਗੱਲ ਚਾਹੁੰਦੇ ਨੇ, ਤੇ ਮੁੱਦਿਆਂ ਦੇ ਉੱਪਰ ਵਿਚਾਰ ਕਰੋ, ਤਿੱਖੀ ਬਹਿਸ ਕਰੋ, ਲੋਕ ਜ਼ਰੂਰ ਤੁਹਾਡੇ ਨਾਲ ਹੋਣਗੇ। ਜੱਜ ਦਾ ਵਿਚਾਰ। ਟਾਣਾ ਸਾਹਿਬ ਜਸ਼ਨ ਬਹੁਤ ਥਾਵਾਂ ਦੇ ਉੱਪਰ ਮਨਾਏ ਗਏ, ਜਿਵੇਂ ਮਮਤਾ ਬੈਨਰਜੀ ਦੀ ਸਰਕਾਰ ਬਣੀ, ਪਰ ਉਹਨੇ ਜਸ਼ਨ ਮੈਨੂੰ ਲੱਗਦਾ ਪੱਛਮੀ ਬੰਗਾਲ 'ਚ ਨਹੀਂ ਮਨਾਏ ਗਏ ਜਿੰਨੇ ਬਾਰਡਰਾਂ ਤੇ, ਦਿੱਲੀ ਦੇ ਬਾਰਡਰਾਂ ਦੇ ਉੱਪਰ ਮਨਾਏ ਗਏ ਨੇ। ਦੇਖੋ ਇਹ ਗੱਲ ਸੱਚੀ ਆ,
ਵੀ ਕਿਸਾਨਾਂ ਨੂੰ ਆਪਣੀ ਜਿੱਤ ਮਹਿਸੂਸ ਹੋਈ ਹੈ। ਬਿਲਕੁਲ। ਕਿਸਾਨਾਂ ਨੇ ਜਾ ਕੇ ਪੱਛਮੀ ਬੰਗਾਲ ਦੇ ਵਿੱਚ ਤੇ ਕਈ ਹੋਰ ਸੂਬਿਆਂ ਦੇ ਵਿੱਚ ਦਿਨ ਰਾਤ ਮਿਹਨਤ ਕੀਤੀ ਹੈ, ਕਿਉਂਕਿ ਪਹਿਲਾਂ ਤਾਂ ਕਿਸਾਨ ਚਾਹੁੰਦੇ ਸੀ ਵੀ ਸਾਡੀਆਂ ਮੰਗਾਂ ਹੀ ਮੰਨ ਲਈਆਂ ਜਾਣ, ਜੀ। ਤੇ ਜਿਹੜੀ ਸਰਕਾਰ ਆ ਉਹ ਟਿੱਚ ਜਾਣਦੀ ਹੈ ਕਿਸਾਨਾਂ ਨੂੰ ਹਾਲੇ ਤੱਕ। ਮੈਂ ਚਾਹੁੰਦਾ ਕਿ ਹੁਣ ਉਹਨਾਂ ਦੇ ਸੁਭਾਅ ਦੇ ਵਿੱਚ ਤਬਦੀਲੀ ਆਵੇ, ਉਹ ਕਿਸਾਨਾਂ ਨੂੰ ਤਾਕਤਵਰ ਸਮਝਣਾ ਸ਼ੁਰੂ ਕਰਨ। ਕਿਸਾਨ ਹੈ ਤਾਕਤਵਰ, ਸਾਨੂੰ ਤਾਂ ਭੁਲੇਖਾ ਹੈ ਜੀ। ਨਹੀਂ, ਜਿਨ੍ਹਾਂ ਨੂੰ ਹੈ ਉਹਨਾਂ ਦਾ ਭੁਲੇਖਾ ਨਿਕਲ ਜਾਵੇ। ਕਿਸਾਨਾਂ ਨੇ ਕਲਕੱਤੇ 'ਚ ਜਾ ਕੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਆਪਦੀਆਂ ਪੂਰੀਆਂ ਰੈਲੀਆਂ ਕੀਤੀਆਂ। ਜੇ ਮੰਨ ਲਓ ਬੀਜੇਪੀ ਜਿੱਤ ਜਾਂਦੀ ਤਾਂ ਉਹਨਾਂ ਨੇ ਇਹ ਗੱਲ ਕਹਿਣੀ ਸੀ ਵੀ ਕਿਸਾਨ ਕਿਹੜੇ ਕਿਸਾਨ, ਇਹ ਬੈਠੇ ਆ ਵਿਹਲੇ ਆ, ਇਹਨਾਂ ਨੂੰ ਤਾਂ ਕੰਮ ਹੀ ਹੈ ਨਹੀਂ, ਅਸਲ ਕਿਸਾਨ ਤਾਂ ਸਾਡੇ ਨਾਲ ਆ, ਤੇ ਇਹ ਤਾਂ ਵਿਹਲੇ ਹੋਣ ਕਰਕੇ ਇੱਥੇ ਇੰਜੋਇਮੈਂਟ ਕਰਨ ਦੇ ਲਈ ਆਏ ਆ, ਮौज ਮਸਤੀ ਕਰਨ ਦੇ ਲਈ। ਪਰ ਹੁਣ ਜਦੋਂ ਹਾਰ ਗਈ ਹੈ ਬੀਜੇਪੀ ਪੱਛਮੀ ਬੰਗਾਲ ਦੇ ਵਿੱਚ, ਸ਼ਾਇਦ ਇਹਨਾਂ ਨੂੰ ਇਹ ਪ੍ਰਤੀਤ ਹੋਵੇ ਵੀ ਕਿਸਾਨ ਚਮਤਕਾਰ ਕਰਦੇ ਆ। ਬਿਲਕੁਲ ਤੇ ਸਹੀ। ਹੁਣ ਜਿਵੇਂ ਕਿਸਾਨ ਆਗੂਆਂ ਨੇ ਗੱਲ ਕਹੀ ਆ, ਬਲਵੀਰ ਸਿੰਘ ਰਾਜੇਵਾਲ ਨੇ, ਉਗਰਾਹਾਂ ਹੋਰਾਂ ਨੇ, ਟਕੈਤ ਹੋਰਾਂ ਨੇ, ਜਗਜੀਤ ਸਿੰਘ ਡੱਲੇਵਾਲ ਨੇ, ਬਲਦੇਵ ਸਿੰਘ ਸਿਰਸਾ ਨੇ, ਉਹ ਕਹਿੰਦੇ ਵੀ ਅਗਲੀ ਵਾਰੀ ਯੂਪੀ ਦੀ ਆ, ਹੁਣ ਅਸੀਂ ਉੱਤਰ ਪ੍ਰਦੇਸ਼ ਦੇ ਵਿੱਚ ਜਾਵਾਂਗੇ, ਅਗਲੇ ਵਾਰੇ ਉੱਥੇ ਚੋਣਾਂ ਹੋਣਗੀਆਂ ਤੇ ਇਹਨਾਂ ਨੂੰ ਪੰਜੀ ਦਾ ਭੌਣ ਵਿਖਾਵਾਂਗੇ। ਦੇਖੋ ਗੱਲ ਇਹ ਹੈ ਟਾਣਾ ਸਾਹਿਬ ਕਿ ਪਹਿਲਾਂ ਤਾਂ ਨਾ ਜਿਹੜੀ ਭਾਰਤ ਸਰਕਾਰ ਹੈ ਉਹਨੂੰ ਇਹ ਸਮਝ ਲੈਣਾ ਚਾਹੀਦਾ ਕਿ ਕਿਸਾਨ ਜਿਹੜੇ ਆ ਉਹ ਕੁਝ ਕੁ ਸੂਬਿਆਂ ਤੱਕ ਸੀਮਤ ਨਹੀਂ ਹੈ, ਪੂਰਾ ਭਾਰਤ ਹੀ ਖੇਤੀ ਪ੍ਰਧਾਨ ਮੁਲਕ ਹੈ। ਸਾਰੇ ਪਾਸੇ ਕਿਸਾਨ ਆਪਾਂ ਨੂੰ ਹਰ ਇੱਕ ਸੂਬੇ ਦੇ ਵਿੱਚ ਮਿਲਦੇ ਨੇ ਤੇ ਹਰ ਇੱਕ ਕਿਸਾਨ ਨੂੰ ਉਨਾ ਹੀ ਦੁੱਖ ਹੈ ਇਹਨਾਂ ਤਿੰਨਾਂ ਖੇਤੀਬਾੜੀ ਕਾਨੂੰਨਾਂ ਦਾ ਜਿੰਨਾ ਕਿ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਬੈਠੇ ਹੋਏ ਕਿਸਾਨਾਂ ਨੂੰ ਹੈ। ਅਸੀਂ ਚਾਹੇ ਲਾਖੇ ਕਹੀ ਜਾਈਏ ਕਿ ਸਿਰਫ ਪੰਜਾਬ ਤੇ ਹਰਿਆਣੇ ਦੇ ਹੀ ਕਿਸਾਨ ਬੈਠੇ ਆ, ਹੋਰ ਕੋਈ ਹੈ ਨਹੀਂ, ਪਰ ਸੱਚਾਈ ਜਿਹੜੀ ਹੈ ਉਹ ਮੈਨੂੰ ਲੱਗਦਾ ਕਿ ਹੁਣ ਜ਼ਰੂਰ ਸਮਝ ਆ ਗਈ ਹੋਏਗੀ ਕਿ ਉੱਥੇ ਇਕੱਲਾ ਪੰਜਾਬ ਹਰਿਆਣਾ ਨਹੀਂ, ਉੱਥੇ ਹੋਰ ਵੀ ਬਹੁਤ ਸਾਰੇ ਸੂਬਿਆਂ ਦੇ ਕਿਸਾਨ ਬੈਠੇ ਨੇ, ਤੇ ਚਾਹੇ ਫਿਰ ਉਹ ਕੁਝ ਕੁ ਸੂਬਿਆਂ ਦੇ ਹੀ ਹੋਣ, ਉਹਨਾਂ ਨੇ ਆਪਣਾ ਜਾਦੂ ਦਿਖਾ ਦਿੱਤਾ। ਜਿਸ ਹਿਸਾਬ ਦੇ ਨਾਲ ਜਦੋਂ ਇਹ ਸਾਰੇ ਕਿਸਾਨ ਆਗੂ ਉੱਥੇ ਗਏ ਸੀ ਪੱਛਮੀ ਬੰਗਾਲ ਦੇ ਵਿੱਚ, ਜਿਵੇਂ ਉਹਨਾਂ ਦਾ ਸਵਾਗਤ ਕੀਤਾ ਗਿਆ ਸੀ, ਜਿਵੇਂ ਉਹਨਾਂ ਦੀਆਂ ਰੈਲੀਆਂ ਨੂੰ ਹੁੰਗਾਰਾ ਮਿਲਿਆ ਸੀ, ਉਹਨੇ ਹੀ ਆਪਣੇ ਆਪ ਦੇ ਵਿੱਚ ਬਹੁਤ ਕੁਝ ਸਾਫ਼ ਕਰ ਦਿੱਤਾ ਸੀ। ਉਹ ਗੱਲ ਵੱਖਰੀ ਕਿ ਉਦੋਂ ਇਹ ਮੰਨੇ ਨਹੀਂ, ਇਹਨਾਂ ਨੂੰ ਲੱਗਦਾ ਸੀ ਵੀ ਕੁਝ ਨਹੀਂ ਹੋਣਾ, ਇਹ ਤਾਂ ਐਵੇਂ ਹੀ ਇਕੱਠ, ਸ਼ਾਇਦ ਜਿਵੇਂ ਸਾਡੀਆਂ ਰੈਲੀਆਂ 'ਚ ਇਕੱਠ ਹੁੰਦਾ ਹੈ ਉਵੇਂ ਹੀ ਇੱਥੇ ਇਕੱਠ ਹੋ ਗਿਆ, ਪਰ ਉਹ ਇਦਾਂ ਨਹੀਂ ਸੀ। ਸੁਣਦੇ ਰਹੇ ਸੀਗੇ ਵੀ ਬੰਗਾਲ ਦਾ ਜਾਦੂ ਬੜਾ ਮਸ਼ਹੂਰ ਆ, ਤੇ ਹੁਣ ਕਿਸਾਨਾਂ ਨੇ ਦੱਸ ਦਿੱਤਾ ਵੀ ਸੱਚੀ ਮੁੱਚੀ ਬੰਗਾਲ ਦੇ ਵਿੱਚ ਜੋ ਅਸੀਂ ਜਾਦੂ ਕੀਤਾ ਬੜਾ ਮਸ਼ਹੂਰ ਆ। ਬਿਲਕੁਲ ਸਹੀ। ਇਹ ਕੋਈ ਮਾੜੀ ਗੱਲ ਨਹੀਂ, ਅਸੀਂ ਜਾਦੂ ਟੂਣੇ ਦੇ ਉੱਤੇ ਤਾਂ ਯਕੀਨ ਨਹੀਂ ਰੱਖਦੇ, ਪਰ ਨਿੱਕੇ ਹੁੰਦਿਆਂ ਨੇ ਜਿਹੜੀਆਂ ਧਾਰਨਾਵਾਂ ਬਣੀਆਂ ਸੀ ਉਹ ਐਤਕੀ ਕਿਸਾਨਾਂ ਨੇ ਸਾਬਤ ਕਰਕੇ ਦਿਖਾ ਦਿੱਤੀਆਂ। ਬਿਲਕੁਲ, ਤੇ ਹੁਣ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਕੁਝ ਨਾ ਕੁਝ, ਜੇ ਹਾਲੇ ਵੀ ਨਾ ਸੋਚਿਆ ਤੇ ਫਿਰ ਹੌਲੀ ਹੌਲੀ ਵੋਟਾਂ ਜਿਹੜੀਆਂ ਆਈ ਜਾਣੀਆਂ, ਕਦੀ ਕਿਤੇ ਕਦੀ ਕਿਤੇ ਕਦੀ ਪਰ ਕਿਤੇ। ਮੰਨ ਕੇ ਰਾਜੀ ਫੇਰ ਨਹੀਂ 5-7 ਬੰਦੇ। ਸੰਬਿਤ ਪਾਤਰਾ ਜਿਹੜੇ ਪਹਿਲਾਂ ਕਹਿੰਦੇ ਸੀ ਵੀ ਕਾਂਗਰਸ ਤ੍ਰਿਣਮੂਲ ਕਾਂਗਰਸ ਤਾਂ ਗਈ, ਜਦੋਂ ਉਹ ਜਿੱਤ ਗਈ ਕਹਿੰਦੇ ਦੇਖਿਆ ਦੂਜੀ ਕਾਂਗਰਸ ਤਾਂ ਗਈ ਨਾ, ਰਾਹੁਲ ਗਾਂਧੀ ਵਾਲੀ, ਇਹ ਭਾਵੇਂ ਨਹੀਂ ਗਈ, ਅਸੀਂ 2 ਤੋਂ 77 ਦੇ ਉੱਤੇ ਤਾਂ ਆ ਗਏ ਨਾ, ਇਹ ਸਾਡੀ ਜਿੱਤ ਆ। ਇਧਰੋਂ ਪੱਤਰਕਾਰਾਂ ਨੇ ਹਰਜੀਤ ਗਰੇਵਾਲ ਨੂੰ ਸਵਾਲ ਕੀਤਾ, ਉਹ ਕਹਿੰਦੇ ਕੋਈ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ। ਕਿਹੜੀ ਗੱਲ ਆ, ਜਿੱਤ ਗਏ ਅਸੀਂ, ਜਿੱਤੇ ਕਿਉਂ ਨਹੀਂ ਸੀ? ਮਮਤਾ ਬੈਨਰਜੀ ਕਿੱਥੇ ਜਿੱਤੀ ਆ? ਇਹ ਉਹੀ ਹਰਜੀਤ ਗਰੇਵਾਲ ਨਹੀਂ ਜਿਹੜੇ ਕਿ ਉਦੋਂ ਕਹਿੰਦੇ ਸੀ ਮੇਰੇ ਤੋਂ ਲਿਖਾ ਕੇ ਲੈ ਲਓ ਕਿ ਪੱਛਮੀ ਬੰਗਾਲ 'ਚ ਤਾਂ ਸਰਕਾਰ ਹੀ ਭਾਜਪਾ ਦੀ ਬਣਨੀ, ਸਾਰਾ ਕੁਝ ਸਾਫ਼ ਆ ਉੱਥੇ, ਇਹ ਤਾਂ ਐਵੇਂ ਹੀ ਮਿਹਨਤਾਂ ਕਰੀ ਜਾਂਦੇ ਨੇ, ਉਹੀ ਨੇ ਨਾ। ਬਿਲਕੁਲ ਉਹੀ ਹੈ। ਤੇ ਹੁਣ ਮੇਰੀ ਬੇਨਤੀ ਇਹ ਹੈ ਵੀ ਜਦੋਂ ਤੁਹਾਡੇ ਇੰਨੀ ਭਵਿੱਖਬਾਣੀ ਸਹੀ ਸਾਬਤ ਹੁੰਦੀ ਹੈ ਤੇ ਪ੍ਰਸ਼ਾਂਤ ਕਿਸ਼ੋਰ ਨੇ ਵੀ ਆਪਦੀ ਥਾਂ ਛੱਡਣ ਦਾ ਐਲਾਨ ਕਰਤਾ, ਤੁਸੀਂ ਉਹਨਾਂ ਵਾਲੀ ਥਾਂ ਤੇ ਬਹਿ ਜਾਓ, ਬਾਹਰੋ ਬੇੜਾ ਜਿੱਥੇ ਹੁਣ ਦੇ ਪਿੱਛੇ ਰਹਿ ਕੇ ਭਾਇਆ ਉੱਥੇ ਮੋਹਰੇ ਆ ਕੇ ਬਾਦੋ। ਦਸੰਬਰ ਦੇ ਵਿੱਚ ਗੱਲ ਕਹਿਤੀ ਸੀ ਪ੍ਰਸ਼ਾਂਤ ਕਿਸ਼ੋਰ ਨੇ, ਹਾਂਜੀ, ਵੀ ਜਿਹੜੀ ਭਾਜਪਾ ਨਾ ਇਹ 2 ਅੰਕਾਂ ਦੇ ਵਿੱਚ ਹੋਊਗੀ, 2 ਹਿੰਦਸਿਆਂ ਦੇ ਵਿੱਚ, ਇਹ 100 ਨੂੰ ਪਾਰ ਨਹੀਂ ਕਰਦੀ, ਇਹ ਥੱਲੇ ਹੀ ਰਹੂਗੀ, ਭਾਵੇਂ 75 ਰਵੇ, ਭਾਵੇਂ 97 ਰਵੇ, ਭਾਵੇਂ 87 ਰਵੇ, ਭਾਵੇਂ 82 ਰਵੇ, ਇਹ 3 ਨਹੀਂ ਹੁੰਦੀ। ਪਰ ਉਹ ਗੱਲ ਹੋ ਵੀ ਗਈ ਜਿਹੜੀ ਦਸੰਬਰ ਚ ਕਹੀ ਸੀ, ਜਿਹੜੀ ਗੱਲ ਗਰੇਵਾਲ ਸਾਹਿਬ ਨੇ 20 ਦਿਨ ਪਹਿਲਾਂ ਕਹੀ ਸੀ ਉਹ ਨਹੀਂ ਹੋਏਗੀ। ਬਿਲਕੁਲ ਸਹੀ ਹੈ। ਇਸ ਕਰਕੇ ਗਰੇਵਾਲ ਸਾਹਿਬ ਕਹਿੰਦੇ ਵੀ ਅਸੀਂ ਤਾਂ ਬੰਬ ਲਾ ਦਿੰਦੇ ਹੁੰਦੇ ਆ, ਅਸੀਂ ਇਹ ਕਰ ਦਿੰਦੇ ਹੁੰਦੇ ਆ। ਇੱਕੋ ਕਿਹੜੇ ਭਾਈ ਸਾਹਿਬ ਆ ਮਨੋਜ ਤਿਵਾੜੀ, ਉਹਨਾਂ ਨੇ ਤਾਂ ਸ਼ਰੇਆਮ ਕਹਿ ਦਿੱਤਾ ਸੀ ਮੀਡੀਆ ਵਾਲਿਆਂ ਨੂੰ ਵੀ ਤੁਸੀਂ 2 ਮਈ ਤੱਕ ਮੇਰੀ ਇਹ ਵੀਡੀਓ ਸੰਭਾਲ ਕੇ ਰੱਖਿਓ, ਵੇਖਿਓ ਤੁਸੀਂ। ਮੀਡੀਆ ਨੇ ਸੰਭਾਲ ਕੇ ਰੱਖੀ ਆ, ਹੁਣ ਤਿਵਾੜੀ ਸਾਹਿਬ ਲੱਭਦੇ ਨਹੀਂਗੇ, ਉਹਨਾਂ ਨੂੰ ਦਿਖਾਉਣੀ ਚਾਹੁੰਦੇ ਆ, ਉਹ ਨਹੀਂ ਪਤਾ ਕਿੱਥੇ ਸਾਂਭੇ ਗਏ, ਉਹ ਨਹੀਂ ਲੱਭ ਰਹੇ ਕਿਤੇ ਵੀ। ਸੋ ਗੱਲ ਇਹ ਹੈ ਵੀ ਇਹ ਇਕੱਲੇ 2 ਨਾਂ ਨਹੀਂ ਟਾਣਾ ਸਾਹਿਬ, ਉਹ ਜਿਹਦਾ ਮਤਲਬ ਹਮੇਸ਼ਾ ਤੋਂ ਇਹ ਧਰਮ ਕਰਮ ਰਿਹਾ ਕਿ ਉਹਨੇ ਹਰ ਮੁੱਦੇ ਦੇ ਵਿੱਚ ਆਪਣੀ ਲੱਤ ਫਸਾਉਣੀ। ਕੰਗਣਾ ਰਣੌਤ ਨੇ ਕੱਲ ਨਵੀਂ ਸੁਰਲੀ ਛੱਡਤੀ ਜੀ, ਉਹਦੀ ਵੀ ਗੱਲ ਕਰ ਰਹੀ ਸੀ। ਅਸਲ ਦੇ ਵਿੱਚ ਨਾ ਜਿਹੜੇ ਬੰਗਲਾਦੇਸ਼ੀ ਤੇ ਰੋਹਿੰਗਾ ਸ਼ਰਨਾਰਥੀ ਆ, ਇਹ ਮਮਤਾ ਬੈਨਰਜੀ ਦੀ ਸਭ ਤੋਂ ਵੱਡੀ ਤਾਕਤ ਆ। ਕਹਿੰਦੇ ਵੀ ਇਹ ਨਵਾਂ ਜੰਮੂ ਕਸ਼ਮੀਰ ਬਣਾਉਣਾ ਚਾਹੁੰਦੀ ਆ। ਮੈਂ ਕਿਹਾ ਵੀ ਤੂੰ ਕੌਣ, ਮੈਂ ਖਾ ਮਖਾ। ਬਿਲਕੁਲ ਇਹਨੂੰ ਹਮੇਸ਼ਾ ਹੀ ਐ ਚੰਡੀ ਚੜੀ ਰਹਿੰਦੀ ਹੈ। ਨਹੀਂ, ਨਾਲੇ ਜੇ ਗੱਲ ਇਹ ਹੈ ਕਿ ਜੇ ਮਮਤਾ ਬੈਨਰਜੀ ਦੀ ਸ਼ਕਤੀ ਜਿਹੜੀ ਹੈ ਰੋਹਿੰਗਿਆ ਲੋਕ ਤੇ ਜਿਹੜੇ ਬੰਗਲਾਦੇਸ਼ੀ ਨੇ, ਉਹ ਜੇ ਇਹਨਾਂ ਦੀ ਸ਼ਕਤੀ ਹੈ ਤਾਂ ਫਿਰ ਤੁਸੀਂ ਆਪਣੀ ਸ਼ਕਤੀ ਬਣਾ ਲਓ। ਉਹਨਾਂ ਨੇ ਕਿਹੜਾ ਇਹ ਪੱਕਾ ਹੀ ਧਾਰਿਆ ਹੋਇਆ ਵੀ ਨਹੀਂ ਅਸੀਂ ਸਿਰਫ ਮਮਤਾ ਬੈਨਰਜੀ ਦੇ ਨਾਲ ਹੀ ਜਾਵਾਂਗੇ। ਜੇ ਉਹ ਲੋਕ ਸਿਰ ਤੋਂ ਕੰਮ ਲੈ ਰਹੇ ਨੇ ਤਾਂ ਤੁਹਾਨੂੰ ਪਚਦਾ ਕਿਉਂ ਨਹੀਂ? ਫਿਰ ਇੰਨਾ ਤੇਜ਼ ਬੋਲਦੀ ਆ ਕਦੇ ਕਦੇ ਵੀ ਆਪਦੇ ਸ਼ਬਦ ਆਪੇ ਹੀ ਗਲਤ ਕਰ ਜਾਂਦੀ ਆ ਆਪਦੇ ਖਿਲਾਫ ਹੀ। ਐਸਾ ਥੋੜੀ ਹੁੰਦਾ ਹੈ, ਐਸਾ ਥੋੜੀ ਹੁੰਦਾ ਹੈ ਵੀ ਸਾਹ ਲੈ ਕੇ ਬੋਲ ਲਾ। ਤੈਨੂੰ ਜ਼ਰੂਰੀ ਆ ਵੀ ਭਾਈ 1 ਮਿੰਟ ਦੇ ਵਿੱਚ 25 ਗੱਲਾਂ ਕਰਨੀਆਂ, 25 ਦੇ ਵਿੱਚ 23 ਆਪਦੇ ਖਿਲਾਫ ਹੀ ਕਰਨੀਆਂ। ਤੂੰ ਪੱਛਮੀ ਬੰਗਾਲ ਵੱਲ ਜੋ ਸਾਰਾ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ, ਕਿਤੇ ਪ੍ਰਧਾਨ ਮੰਤਰੀ ਸਾਹਿਬ ਫਿਲਮ ਵੱਲ ਕਰ, ਭੋਰਾ ਚੱਲ ਜੇ।
ਹਾਂ, ਜਾਂ ਫਿਰ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛ ਲੈ ਵੀ ਇਸ ਵੇਲੇ ਆਕਸੀਜਨ ਦੀ ਬਹੁਤ ਵੱਡੇ ਪੱਧਰ ਦੇ ਉੱਪਰ ਘਾਟ ਹੈ ਤਾਂ ਤੁਸੀਂ ਕੀ ਕੀਤਾ, ਕਿੱਥੇ ਆ ਆਕਸੀਜਨ ਦੇ ਸਿਲੰਡਰ। ਉਧਰ ਤੇਰੀ ਜ਼ੁਬਾਨ ਨਹੀਂ ਖੁੱਲਦੀ ਤੇ ਇੱਧਰ ਤੂੰ ਹਰ ਇੱਕ ਮੁੱਦੇ ਦੇ ਵਿੱਚ ਆਪਣੀ ਲੱਤ ਜ਼ਰੂਰ ਫਸਾਉਣੀ ਹੁੰਦੀ ਹੈ। ਤੂੰ ਆਪਣੀਆਂ ਫਿਲਮਾਂ ਕਰ, ਜਿਹੜੇ ਕੰਮ ਦੇ ਲਈ ਲੋਕਾਂ ਨੇ ਤੈਨੂੰ ਪਿਆਰ ਦਿੱਤਾ ਸੀ। ਆ ਜਿਹੜੀਆਂ ਹੁਣ ਗੱਲਾਂ ਕਰ ਰਹੀਆਂ ਇਹਦੇ ਨਾਲ ਤਾਂ ਲੋਕਾਂ ਦੇ ਮਨੋਂ ਲੱਥ ਹੀ ਰਹੀਆਂ, ਹੋਰ ਕੁਝ ਨਹੀਂ ਹੋ ਰਿਹਾ। ਰਾਜਨੀਤੀ ਆਪਣੇ ਵੱਸ ਦੀ ਨਹੀਂ, ਆਪਾਂ ਕਿਉਂ ਇਹਦੇ ਚ ਲੱਤ ਫਸਾਉਂਦੇ ਆ? ਸਹੀ। ਜੱਜ ਦਾ ਵਿਚਾਰ। ਹਾਂਜੀ ਸਵਰਨ ਸਿੰਘ ਜੀ, ਅੱਗੇ ਵਧੀਏ। ਮੈਂ ਤਾਂ ਹੁਣ ਕੀ ਕਰਨਾ, ਮੈਂ ਹਾਂ ਸਵਰਨਾ। ਆਹਾ, ਤੇ ਮੈਂ ਹਰਮਨਾ। ਇਹ ਹਰਮੰਨਾ। ਇਹ ਵੀ ਠੀਕ ਹੈ, ਪਰ ਇਹ ਵਿਚਾਰ ਕਿਉਂ ਆਏ? ਵੈਸੇ ਹੀ ਆ ਗਏ। ਹਾਂ, ਪਰਿਵਾਰ ਚ ਬੈਠੇ ਆ। ਜਿਵੇਂ ਮੇਰੀ ਬੇਬੇ ਮੈਨੂੰ ਆਵਾਜ਼ ਮਾਰਦੀ, ਵੇ ਸਵਰਨੇ ਹਾਂ, ਕਿੱਥੇ ਆ ਵੇ ਸਵਰਨਿਆ, ਆਏ ਹੈ। ਆਪਾਂ ਉਵੇਂ ਕੀ ਕਰਨਾ। ਬਿਲਕੁਲ ਸਹੀ ਹੈ ਟਾਣਾ ਸਾਹਿਬ। ਤੇ ਬਾਕੀ ਅਗਲੀਆਂ ਖਬਰਾਂ ਵੱਲ ਵੱਧ ਜੀਏ ਆਪਾਂ। ਆਉਣ ਦਿਓ, ਮੈਨੂੰ ਇੱਕ ਗੱਲ ਹੋਰ ਚੇਤੇ ਆ ਗਈ। ਆਉਣ ਦਿਓ। ਬੰਦੇ ਨਾ ਕਈ ਵਾਰ ਅਜੀਬ ਹੀ ਹੁੰਦੇ ਆ। ਕਈ ਬੰਦੇ ਨਹੀਂ ਸੋਚਦੇ ਵੀ ਭਾਈ ਇਸ ਗੱਲ ਦਾ ਕੀ ਅਰਥ ਹੋਊਗਾ। ਕਹਿੰਦੇ ਨੇ ਵੀ ਇੱਕ ਵਾਰੀ ਨਾ ਦੋ ਜਣੇ ਇੱਕ ਬਹੁਤ ਵੱਡੇ ਮਿਊਜ਼ੀਅਮ 'ਚ ਚਲੇ ਗਏ। ਅੱਛਾ ਜੀ। ਅਜਾਇਬ ਘਰ 'ਚ ਚਲੇ ਗਏ। ਉੱਥੇ ਬੜੀਆਂ ਚੀਜ਼ਾਂ ਪਈਆਂ ਸੀਗੀਆਂ ਜਿਹੜੀਆਂ ਇਤਿਹਾਸ ਨੂੰ ਦਰਸਾਉਂਦੀਆਂ, ਅਤੀਤ ਦੇ ਬਾਰੇ ਚਾਨਣ ਪਾਉਂਦੀਆਂ। ਉੱਥੇ ਇੱਕ ਬੰਦੇ ਦਾ ਪਿੰਜਰ ਪਿਆ। ਅੱਛਾ ਜੀ। ਵੇਖ ਕੇ ਇੱਕ ਜਣਾ ਕਹਿੰਦਾ ਭਈਆ ਤਾਂ ਮੈਨੂੰ ਟਰੱਕ ਥੱਲੇ ਆਇਆ ਲੱਗਦਾ। ਕਿਉਂ? ਉੱਤੇ ਉਹਦੇ ਲਿਖਿਆ ਸੀਗਾ BC 1365। ਅੱਛਾ ਜੀ। ਉਹ ਤਾਂ BC ਦੀ ਗੱਲ ਕੀਤੀ ਉਹਨਾਂ ਨੇ। ਹਾਂ ਹਾਂ, BC ਦੀ। ਦੂਜਾ ਕਹਿੰਦਾ ਬਿਲਕੁਲ ਤੇਰੀ ਗੱਲ ਸਹੀ ਆ, ਉਹ ਟਰੱਕ ਦਾ ਨੰਬਰ ਵੀ ਲਿਖਿਆ। ਮਤਲਬ ਇਹ ਆ ਵੀ ਜਾਣਕਾਰੀ ਦੀ ਘਾਟ 100% ਦੀ ਪੌੜਿਆਂ ਦੀ ਜੜ। ਉਹ BC, ਉਹ ਬਿਫੋਰ ਕ੍ਰਾਈਸਟ ਸੀ। ਮੈਂ ਤਾਂ ਮੰਨਦਾ, ਉਹ ਥੋੜੀ ਮੰਨਦਾ। ਉਹਨੇ PhD ਇਸ ਹਿਸਾਬ ਨਾਲ ਕੀਤੀ ਆ ਜੀ। ਚਲੋ ਕੋਈ ਗੱਲ ਨਹੀਂ, ਤੇ ਆਪਾਂ ਖਬਰਾਂ ਵੱਲ ਨੂੰ ਵਧੀਆ ਟਾਣਾ ਸਾਹਿਬ। ਉਧਰ ਪੰਜਾਬ ਦੇ ਵਿੱਚ ਮਿੰਨੀ ਲਾਕਡਾਊਨ ਲੱਗ ਗਿਆ। ਉਧਰ ਪੰਜਾਬ ਦੇ ਵਿੱਚ ਨਹੀਂ, ਆਪਣੇ ਪੰਜਾਬ ਦੇ ਵਿੱਚ। ਆਪਣੇ ਪੰਜਾਬ 'ਚ ਮਿੰਨੀ ਲਾਕਡਾਊਨ ਲੱਗ ਗਿਆ। ਟਾਣਾ ਸਾਹਿਬ ਬੁਰਾ ਹਾਲ ਹੋ ਗਿਆ। ਨਹੀਂ, ਬੁਰਾ ਹਾਲ ਤਾਂ ਹੋ ਗਿਆ, ਤੁਹਾਡੇ ਸ਼ਬਦਾਂ ਦੀ ਚੋਣ ਸਹੀ ਨਹੀਂ ਸੀ ਨਾ। ਉਧਰ ਪੰਜਾਬ ਦੇ ਵਿੱਚ ਮੈਂ ਆਪਣੇ ਆਪ ਨੂੰ ਕਿਤੇ ਹੋਰ ਹੀ ਲੈ ਗਈ ਸੀ। BC 'ਚ ਚਲੇ ਗਏ ਸੀ। ਸਹੀ ਕਿਹਾ। ਪੰਜਾਬ ਦੇ ਵਿੱਚ ਮਿੰਨੀ ਲਾਕਡਾਊਨ ਲੱਗ ਗਿਆ, ਛੋਟਾ ਲਾਕਡਾਊਨ। ਹਾਂਜੀ। ਕਿਉਂਕਿ ਹੁਣ ਇਹ ਗੱਲ ਕਹੀ ਗਈ ਵੀ ਜੇਕਰ 4 ਸਵਾਰੀਆਂ ਵਾਲੀ ਚੀਜ਼ ਆ ਉਹਦੇ ਤਾਂ 2 ਬਹਿਣਗੀਆਂ। ਮੈਂ ਆਪਦੇ ਮੋਟਰਸਾਈਕਲ ਦੇ ਪਿੱਛੇ ਹੁਣ ਕਿਸੇ ਨੂੰ ਬਿਠਾ ਨਹੀਂ ਸਕਦਾ, ਮੇਰੇ ਹੱਥ ਜੁੜੇ। ਕਿਉਂਕਿ ਕੈਪਟਨ ਸਾਹਿਬ ਨੇ ਗੱਲ ਕਹੀ ਹੈ ਵੀ ਸਕੂਟਰ ਤੇ ਸਕੂਟਰੀ ਤੇ 2 ਪਹੀਆ ਵਾਹਨ ਦੇ ਉੱਤੇ ਇੱਕ ਬੰਦਾ ਹੀ ਜਾ ਸਕਦਾ। ਜਾਂ ਤਾਂ ਮੈਂ ਭਾਈ ਕਿਤੇ ਉਤਰ ਜਾ ਕਰੂੰਗਾ, ਤੁਸੀਂ ਲੈ ਜਾਓ ਉਹਨੂੰ। ਠੀਕ ਹੈ, ਇਹ ਵੀ ਠੀਕ ਹੈ। ਇਹ ਗੱਲ ਆ। ਸੋ 15 ਤਰੀਕ ਤੱਕ ਦੇ ਲਈ ਇਹ ਫੈਸਲਾ ਕੀਤਾ ਗਿਆ। ਅੱਗੇ ਤੁਸੀਂ ਕਿਹਨੂੰ ਲੈ ਕੇ ਆਉਂਦੇ ਸੀ? ਮੈਂ ਬਾਹਰ ਲੈਣਾ ਹੁੰਦਾ ਕਦੇ ਕਦੇ, ਜਾਣਦਾ ਹੋਵੇ ਫੇਰ। ਹਾਂ, ਜਾਣਦਾ ਹੋਵੇ ਬਿਠਾ ਲਓ, ਉਦਾਂ ਕਦੇ ਨਾ ਬਿਠਾਓ ਟਾਣਾ ਸਾਹਿਬ। ਉਦਾਂ ਨਹੀਂ ਬਿਠਾਉਂਦਾ ਮੈਂ। ਹਾਂ, ਇਹ ਬਹੁਤ ਜ਼ਿਆਦਾ ਚਿੰਤਾ ਵਾਲਾ ਮਾਮਲਾ ਬਣ ਜਾਂਦਾ ਹੈ। ਕਈ ਵਾਰੀ ਪਤਾ ਨਹੀਂ ਹੁੰਦਾ ਮਗਰ ਬੈਠਾ ਬੰਦਾ ਕੌਣ ਹੈ। ਆਪਾਂ ਰੁਕ ਜਾਈਦਾ, ਪਰ ਕਈ ਵਾਰੀ ਉਹ ਕਹਿੰਦੇ ਹੁੰਦੇ ਨਾ ਵੀ ਭਲਮਾਨਸੀ ਦਾ ਜਿਹੜਾ ਨਤੀਜਾ ਉਹ ਖਤਰਨਾਕ ਸਾਹਮਣੇ ਆਉਂਦਾ। ਮੈਂ ਨਾ ਕੱਲ ਸੈਰ ਕਰਾਂ ਤੇ ਮੂੰਹ ਨੇ ਰਾਜਾ ਹੋਇਆ ਪਿਆ। ਇੱਕ ਬੰਦਾ ਨਾ ਝਾੜੀਆਂ ਦੇ ਵਿੱਚ ਡਿੱਗਿਆ ਪਿਆ। ਓਹੋ। ਨਾ ਉਧਰ ਕੋਈ ਚਿੜੀ ਪਰਿੰਦਾ। ਮੈਂ ਦੇਖਿਆ ਵੀ ਕੋਈ ਪੁਲਿਸ ਵਾਲੀ ਗੱਡੀ ਗੁੱਡੀ ਆਵੇ ਤਾਂ ਮੈਂ ਉਹਨੂੰ ਹੱਥ ਦੇ ਕੇ ਕਹਾਂ ਬਾਈ ਜੀ ਇਹਦੇ ਵੱਲ ਵੀ ਖਿਆਲ ਕਰੋ। ਕੋਈ ਨਹੀਂ ਉੱਥੇ। ਮੈਂ ਥੋੜਾ ਜਿਹਾ ਦੂਰ ਖੜ ਕੇ ਜਿਵੇਂ ਉਨੀ ਕੁ ਦੂਰੀ ਤੇ ਮੈਨੂੰ ਆਵਾਜ਼ਾਂ ਮਾਰੀਆਂ। ਉਹ ਮੈਂ ਕਿਹਾ ਬਾਬਾ ਜੀ, ਉਹ ਬਾਬਾ ਜੀ, ਬਾਬਾ ਜੀ ਠੀਕ ਠਾਕ ਹੋ? ਕੋਈ ਅੱਗੋਂ ਜਵਾਬ ਨਾ। ਮੈਂ ਕਿਹਾ ਉਹ ਬਾਬਾ ਜੀ, ਹੈਲੋ ਹੈਲੋ, ਉੱਠੋ, ਠੀਕ ਠਾਕ ਹੋ? ਸਾਹ ਆਉਂਦੇ ਆ? ਕੋਈ ਜਵਾਬ ਨਹੀਂ। ਮੈਨੂੰ ਫਿਕਰ ਪੈ ਗਿਆ। ਮੈਂ ਆਲੇ ਦੁਆਲੇ ਦੇਖਿਆ, ਕੋਈ ਆਇਆ ਹੀ ਨਾ, ਕੋਈ ਗਿਆ ਹੀ ਨਾ। ਮੈਂ ਅੱਧੇ ਪੌਣੇ ਘੰਟੇ ਬਾਅਦ ਵਾਪਸ ਆਉਣ ਲੱਗਾ ਤੇ ਬਾਬੇ ਨੇ ਟੌਰ ਨਾਲ ਪਾਸਾ ਲਿਆ ਹੋਇਆ। ਉਹ ਦਾਰੂ ਦੂਰੂ ਪੀ ਕੇ ਕਿਤੇ ਡਿੱਗਿਆ ਪਿਆ ਸੀ। ਮੈਂ ਕਿਹਾ ਫਿਕਰ ਇਹ ਵੀ ਕਰਦਾ ਹੋਣਾ ਵੀ ਪੰਜਾਬ ਦਾ ਕੁਝ ਨਹੀਂ ਬਣਦਾ। ਸਰਕਾਰਾਂ ਮਾੜੀਆਂ ਨਿਕਲ ਗਿਆ, ਕੁਛ ਨਹੀਂ ਬਣਨਾ ਸਾਡੇ ਰੰਗਲੇ ਪੰਜਾਬ ਦਾ। ਨਹੀਂ, ਇੱਕ ਮਿੰਟ, ਸਰਕਾਰਾਂ ਕੀ ਮਾੜੀਆਂ? ਹੁਣ ਕੈਪਟਨ ਸਾਹਿਬ ਪੈਗ ਪਿਆ ਗਿਆ ਸੀ ਕਿ ਬਾਦਲ ਸਾਹਿਬ? ਮੈਂ ਉਹੀ ਤਾਂ ਗੱਲ ਕਰਦਾ ਵੀ ਲੰਮਾ ਪਿਆ, ਉਹਨੂੰ ਆਪਦੇ ਬਾਰੇ ਕੋਈ ਜਾਣਕਾਰੀ ਨਹੀਂ। ਕਹਿੰਦਾ ਹੁਣ ਪੰਜਾਬ ਦਾ ਕੁਛ ਨਹੀਂ ਬਣਿਆ ਆਜ਼ਾਦੀ ਤੋਂ ਬਾਅਦ, ਨਾ ਸਾਰੇ ਲੋਟੂ ਹੀ ਆਏ। ਤੇਰੇ ਫੇਫੜਿਆਂ ਦਾ ਕੀ ਬਣ ਗਿਆ, ਤੇਰੇ ਲੀਵਰ ਦਾ ਕੀ ਬਣ ਗਿਆ, ਤੈਨੂੰ ਵੀ ਨਹੀਂ ਪਤਾ। ਬਿਲਕੁਲ ਸਹੀ। ਤੈਨੂੰ ਕੁੱਤਾ ਖਾ ਜੇ ਫੇਰ। ਹਾਂ, ਤੁਹਾਡੇ ਉਧਰ ਤਾਂ ਸੁਖਨਾ ਹੈ ਵੀ ਬਹੁਤ। ਹਾਂ ਜੀ, ਮਹੱਲੇ 'ਚ ਕਾਫੀ ਨੇ ਨਾ ਟਾਣਾ ਸਾਹਿਬ? ਉਹ ਬਥੇਰੇ ਨੇ। ਗੱਲ ਅਗਲੀ ਕਰੋ। ਅੱਜ ਕੱਲ ਕਿਵੇਂ ਆ? ਸਾਰੇ ਠੀਕ ਆ। ਗੱਲ ਕਰਦੇ ਸੀ ਮਿੰਨੀ ਲਾਕਡਾਊਨ ਦੀ। ਪੰਜਾਬ ਦੇ ਵਿੱਚ ਸਖਤੀਆਂ ਵਧੀ ਜਾਂਦੀਆਂ ਤੇ ਮਹਿੰਗਾਈ ਵਧੂਗੀ। ਤੇ ਮੈਨੂੰ ਲੱਗਦਾ ਵੀ ਗੰਢੇ, ਤੋਰੀਆਂ, ਭਿੰਡੀਆਂ ਸਾਰਾ ਕੁਝ ਮਹਿੰਗਾ ਹੋ ਜਾਣਾ। ਤੇ ਗੰਢੇ ਪਹਿਲਾਂ ਲੈ ਕੇ ਰੱਖ ਲਓ, ਹੁਣ 25 ਰੁਪਏ ਆ। ਹਾਂ, ਇੱਕ ਇੱਕ ਬੋਰਾ ਲੈ ਲਓ। ਇਹਨਾਂ ਦਾ ਕੀ ਪਤਾ ਬਾਅਦ ਦੇ ਵਿੱਚ ਕਹਿਣਗੇ ਕਾਲਾ ਬਾਜ਼ਾਰੀ ਹੋ ਗਈ, ਉਹ ਪਿੱਛੇ ਸੇ ਆਏ ਨੇ ਨਾਸਕਾ ਭਾ ਜਾਣਾ ਨਹੀਂ, ਇਹਨਾਂ ਨੇ ਉਹਦਾ ਨਾਂ ਲੈ ਲੈਣਾ। ਨਾਸਕ ਮੇਂ ਸਾਰੀ ਫਸਲ ਖਰਾਬ ਹੋ ਗਈ। ਹਾਂਜੀ, ਬਿਲਕੁਲ ਸਹੀ, ਐਂ ਕਹਿੰਦੇ ਹੁੰਦੇ ਆ। ਟਾਣਾ ਸਾਹਿਬ ਤੁਹਾਨੂੰ ਸਾਰੀਆਂ ਗੱਲਾਂ ਪਤਾ। ਮੈਨੂੰ ਕੱਲੀ ਕਰਦਾ ਪਤਾ ਕੀ ਕਰਨੇ ਆ। ਫਿਰ ਉਸ ਤੋਂ ਬਾਅਦ ਟਮਾਟਰ ਕਰਨਗੇ, ਉਹਦਾ ਤੇ ਚਲੋ ਦਹੀਂ ਪਾ ਕੇ ਸਾਰ ਲਾਂਗੇ ਤੜਕੇ 'ਚ। ਗੰਢੇ ਦੀ ਥਾਂ ਤੇ ਕੀ ਪਾਵਾਂਗੇ? ਬਿਲਕੁਲ ਸਹੀ ਗੱਲ ਹੈ ਟਾਣਾ ਸਾਹਿਬ। ਤੇ ਭਿੰਡੀਆਂ ਦੇ ਵਿੱਚ ਗੰਢੇ ਪੈਂਦੇ ਬਾਲੇ ਆ, ਤੇ ਭਿੰਡੀਆਂ ਦੇ ਉੱਤੇ ਰੁੱਤ ਆ ਗਈ।
ਇਸ ਕਰਕੇ ਭਾਈ ਸਾਰੀਆਂ ਸਮੱਸਿਆਵਾਂ ਦਾ ਹੱਲ ਆਪਣੇ ਹੱਥ ਦੇ ਵਿੱਚ ਆ। ਕਈ ਸਮੱਸਿਆਵਾਂ ਨੇ ਟਾਣਾ ਸਾਹਿਬ, ਤੁਹਾਨੂੰ ਤਾਂ ਵੇਖਿਆ ਇੰਨੀਆਂ ਲੋਕਾਂ ਨੂੰ ਨਹੀਂ ਹੈਗੀਆਂ ਜਿੰਨੀਆਂ ਤੁਹਾਨੂੰ ਆ ਇਸ ਵੇਲੇ। ਸਰਕਾਰੀ ਦਫ਼ਤਰਾਂ ਦੇ ਵਿੱਚ 50% ਦੀ ਬੰਦੇ ਜਾ ਸਕਦੇ ਆ। ਹਾਂਜੀ। ਤੇ ਕਹਿੰਦੇ ਆ ਵੀ ਭਾਈ ਬਸ ਨਾ ਹੁਣ ਤੁਸੀਂ ਬਚਾਅ ਦੇ ਵਿੱਚ ਬਚਾ ਰੱਖਣਾ, ਧਾਰਮਿਕ ਥਾਵਾਂ 6 ਵਜੇ ਤੋਂ ਬਾਅਦ ਬੰਦ ਹੋ ਜਾਣੀਆਂ ਤੇ ਜਿਹੜੀਆਂ ਜ਼ਰੂਰੀ ਵਸਤਾਂ ਦੀਆਂ ਥਾਵਾਂ ਹੈਗੀਆਂ ਦੁਕਾਨਾਂ ਕਹਿੰਦੇ ਉਹੀ ਖੁੱਲਣੀਆਂ। ਤੇ ਮੈਂ ਸੋਚਦਾ ਵੀ ਕੈਪਟਨ ਸਾਹਿਬ ਕਦੇ ਕਿਸੇ ਨੇ ਗੈਰ ਜ਼ਰੂਰੀ ਸਮਝ ਕੇ ਵੀ ਦੁਕਾਨ ਖੋਲੀ ਹੈ? ਅੱਜ ਕੋਈ ਜੁੱਤੀ ਪਾਲਿਸ਼ ਕਰਦਾ ਗੈਰ ਜ਼ਰੂਰੀ ਹੈ? ਅੱਜ ਕੋਈ ਪੈਂਚਰ ਲਾਉਂਦਾ ਸਾਈਕਲਾਂ ਨੂੰ ਗੈਰ ਜ਼ਰੂਰੀ ਹੈ? ਹਰ ਬੰਦੇ ਦੇ ਲਈ ਘਰ ਦੀ ਜ਼ਰੂਰਤ ਆ, ਉਹਦੇ ਲਈ ਕੰਮ ਉਹ ਜ਼ਰੂਰੀ ਆ। ਸੋ ਇਸ ਕਰਕੇ ਆਓ ਆਪਾਂ ਹੰਬਲਾ ਮਾਰ ਕੇ ਲੋਕਾਂ ਨੂੰ ਬਚਾਉਣ ਦਾ ਤੇ ਰੋਟੀ ਨੂੰ ਬਚਾਉਣ ਦਾ। ਬਿਲਕੁਲ ਸਹੀ। ਤੇ ਟਾਣਾ ਸਾਹਿਬ ਅੱਜ ਕੱਲ ਤੁਹਾਡਾ ਖਿਆਲ ਨਹੀਂ ਹੈਗਾ, ਲਾਕਡਾਊਨ ਨਹੀਂ ਤਾਲਾਬੰਦੀ ਹੁੰਦੀ ਹੈ। ਬਿਲਕੁਲ ਗੁੱਸੇ 'ਚ ਆ ਗਿਆ ਸੀ, ਛੋਟੀ ਹੁੰਦੀ ਹੈ। ਹਾਂ ਮੈਂ ਕਿਹਾ ਚਲੋ ਇਹਨਾਂ ਨੂੰ ਇਸ ਗੱਲ ਤੇ ਰਹਿਣ ਦੇ ਅੱਜ ਤੁਹਾਡੀ ਭਰਪੂਰ ਹਾਜ਼ਰੀ ਪੈ ਜੇ ਨਾ, ਮੈਨੂੰ ਲੱਗਦਾ ਰਹਿੰਦਾ ਵੀ ਤਨਖਾਹ ਵੱਧ ਜੂਗੀ। ਜੱਜ ਦਾ ਵਿਚਾਰ। ਹਰਮਨ ਜੀ, ਮੈਂ ਨਾ ਇੱਕ ਦਿਨ ਅੱਗੇ ਵੀ ਗੱਲ ਕਹੀ ਸੀ ਵੀ ਜਿਹੜੇ ਗਲੀਆਂ ਦੇ ਵਿੱਚ ਹੋਕਾ ਦਿੰਦੇ ਆ ਨਾ ਭਰਾ, ਜਿਹੜੇ ਕਿ ਸਬਜ਼ੀਆਂ ਵੇਚਦੇ ਆ, ਜਿਹੜੇ ਬੂਟ ਪਾਲਿਸ਼ ਦੀ ਗੱਲ ਕਰਦੇ ਆ, ਜਿਹੜੇ ਕਹਿੰਦੇ ਵੀ ਭਾਈ ਫਲਾਣੀ ਚੀਜ਼ ਠੀਕ ਕਰਵਾ ਲਓ, ਕੂਕਰ ਠੀਕ ਕਰਵਾ ਲਓ, ਤੁਸੀਂ ਤਲੇ ਲਵਾ ਲਓ ਬੱਠਲਾਂ ਦੇ, ਉਹ ਬੜੇ ਨਾ ਕਮਾਲ ਦੇ, ਸ਼ਹਿਰਾਂ ਦੇ ਵਿੱਚ ਤਾਂ ਕਮਾਲ ਹੀ ਕਰ ਦਿੰਦੇ ਆ, ਪਿੰਡਾਂ ਦੇ ਵਿੱਚ ਤਾਂ ਜਾਂਦੇ ਆ ਵੀ ਬਹੁਤ ਠਰਮੇ ਦੇ ਨਾਲ। ਮੈਂ ਤਾਂ ਹੈਰਾਨ ਹੀ ਹੋ ਜਾਂਦਾ, ਸਾਡੇ ਮੁਹੱਲੇ ਦੇ ਵਿੱਚ ਸਕੂਟਰ ਤੇ ਆਉਂਦੇ ਆ, ਮੋਟਰਸਾਈਕਲ ਤੇ ਆਉਂਦੇ ਆ, ਪਾਲਕ ਵੇਚਣ ਵਾਲਾ, ਗਾਜਰਾਂ ਵੇਚਣ ਵਾਲਾ ਵੀ ਮੋਟਰਸਾਈਕਲ ਤੇ, ਜਦੋਂ ਉਹ ਬੰਦਾ ਬਾਹਰ ਨਿਕਲਦਾ ਉਹਨੂੰ ਪਾਲਕ ਤੋਰੀਆਂ ਲੈ ਲਓ। ਮੈਂ ਹੈਰਾਨ ਵੀ ਇਹ ਕੀ ਆ, ਮਗਰ ਹੁਣ ਘੋੜੀ ਲਾ ਲਗੇ ਤੇਰੇ। ਹਾਂ ਵੀ ਜਦ ਤੇ ਬੰਦਾ ਬਾਹਰ ਨਿਕਲਦਾ ਤਾਂ ਤੇ ਮੋੜ ਕੱਟ ਜਾਂਦੇ ਆ ਹੈ ਭਾਈ ਤੇਰੇ ਮਗਰ ਘੋੜੀ ਲਾ ਲਾਂ ਵੀ ਗਾਹ ਸਪਲੈਂਡਰ ਰੋਕਣਾ ਜਾ ਕੇ ਮੈਂ। ਵੀ ਰੁਕੋ ਤਾਂ ਸਹੀ, ਬੰਦੇ ਨੇ ਤੁਹਾਡੀ ਆਵਾਜ਼ ਸੁਣ ਕੇ ਚੱਪਲ ਪਾ ਕੇ ਘਰੋਂ ਭੱਜ ਕੇ ਬਾਹਰ ਨਿਕਲਣਾ, ਇੰਨੇ ਚਿਰ ਚ 1.5 ਮਿੰਟ ਤਾਂ ਲੱਗਦਾ ਹੀ ਆ, ਇੰਨੇ ਚਿਰ ਨੂੰ ਚਕਾਨੀ ਦੇ ਜਾਂਦੇ ਆ। ਮੁੜ ਕੇ ਬੰਦਾ ਨਾ ਗਲੀ ਦੇ ਦੂਜੇ ਬੰਦੇ ਦੀ ਬਾਹਰ ਜਾਂਦਾ ਵੀ ਸ਼ਹਿਰ ਬਾਹਰੋਂ ਫੜ ਲਓ ਉਹਨੂੰ, ਤੇ ਜਾਨ ਭਾਈ ਸਾਹਿਬ ਅਗਲਾ ਮੋੜ ਕੱਟ ਜਾਂਦਾ। ਛੱਤ ਤੇ ਚੜ ਕੇ ਵਿਖਣਾ ਪੈਂਦਾ, ਹੋ ਗਿਆ। ਔਰ ਗਰਮੀਆਂ 'ਚ ਤਾਂ ਇੰਨਾ ਔਖਾ ਲੱਗਦਾ ਨਾ ਟਾਣਾ ਸਾਹਿਬ, ਬੰਦਾ ਸਵੇਰੇ ਅੱਜ ਸਾਡੇ ਨਾ ਗਵਾਂਢੀ ਉਹ ਅੰਬਾਂ ਵਾਲੀ ਰੇੜੀ ਨੂੰ ਖੜਾਈ ਬੈਠੇ ਜੀ, ਤੇ ਉਹ ਬੰਦਾ ਕਵੇ ਆਹ ਅੰਬ ਆ ਜਿਹੜੇ ਇਹ 70 ਰੁਪਏ ਕਿਲੋ, ਆਹ ਅੰਬ ਆ ਜਿਹੜੇ ਇਹ 60 ਰੁਪਏ ਕਿਲੋ। ਤੇ ਮੈਂ ਕਿਹਾ ਵੀ ਆਹ ਅੰਬ ਕਿਉਂ ਆ ਮਹਿੰਗੇ? ਕਹਿੰਦਾ ਇਹ ਬਹੁਤ ਵਧੀਆ। ਤੇ ਮੈਂ ਕਿਹਾ ਇਹਨਾਂ ਨੂੰ ਗੰਦੇ ਕਹੇ ਆਪਦੇ ਮੂੰਹ, ਇਹ ਜਿਹੜੇ ਤੋਂ ਸਸਤੇ ਆ ਨਾ 10 ਰੁਪਏ ਕਹੇ ਵੀ ਗੰਦੇ ਆ, ਇਹ ਸੜੇ ਆ। ਇਹ ਵੀ ਤੂੰ ਕਹਿੰਦਾ ਵਧੀਆ ਤੇ ਉਹ ਵੀ ਵਧੀਆ, ਤੇ ਫਿਰ 10 ਰੁਪਏ ਮਹਿੰਗੇ ਕਾਹਤੋਂ ਆ? ਫਿਰ ਸ਼ਬਦਾਂ ਦਾ ਹੇਰ ਫੇਰ ਨਹੀਂ ਚਾਹੀਦਾ। ਹਾਏ ਹਾਏ, ਉਹਨੂੰ ਪਤਾ ਨਹੀਂ ਸੀ ਨਾ ਮੈਂ ਸਵਰਨ ਸਿੰਘ ਟਾਣਾ ਨਾਲ ਗੱਲ ਕਰ ਰਿਹਾ। ਹਾਂ ਵੀ ਚਾਹੀਦਾ ਤਾਂ ਐ ਨਾ ਵੀ ਤੁਸੀਂ ਕਹੋ ਵੀ ਮੇਰੀ ਹਰ ਚੀਜ਼ ਵਧੀਆ ਜੀ, ਤੁਸੀਂ ਕਹਿੰਦੇ ਵੀ ਆਹ ਵਾਲੇ ਵਧੀਆ ਤਾਂ ਮਤਲਬ ਆਹ ਮਾੜੇ ਆ। ਤੇ ਆਪਾਂ ਜਿਹੜੀ ਗੱਲ ਕਰ ਰਹੇ ਸੀ, ਮੈਨੂੰ ਗੁੱਸਾ ਆ ਗਿਆ। ਚੱਲ ਗੁੱਸਾ ਨਾ ਕਰੋ ਟਾਣਾ ਸਾਹਿਬ, ਗਰਮੀ ਅੱਗੇ ਹੀ ਬਹੁਤ ਹੈ, ਪਾਰਾ ਥੋੜਾ ਜਿਹਾ ਡਾਊਨ ਰੱਖੀਦਾ, ਨੀਵਾ ਰੱਖੀਦਾ। ਸ਼ਰਮੇ ਨੂੰ ਸੋਚਿਆ ਕਰਾਂ ਗੁੰਜ ਕਤੀਰਾ ਦਿਆ ਕਰੋ ਇਹਨਾਂ ਨੂੰ। ਹਾਂ ਬਿਲਕੁਲ ਸਹੀ, ਗੁੰਦ ਕਤੀਰਾ ਲਿਆ ਕਰੋ ਤੁਸੀਂ ਵੀ। ਹਾਂ ਤੇ ਆਪਾਂ ਹੁਣ ਅੱਗੇ ਵਧੀਏ, ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਹਾਂ ਟਾਣਾ ਸਾਹਿਬ। ਇੱਕਦਮ ਸਾਰੇ ਪਾਸੇ ਮਾਹੌਲ ਦੇਖ ਲਓ ਕਿਹੋ ਜਿਹਾ ਬਣ ਗਿਆ। ਬਿਲਕੁਲ ਬਣ ਗਿਆ। ਅੱਗੇ ਆਪਾਂ ਕਾਂਗਰਸ ਦੀ ਗੱਲ ਕੀਤੀ ਆ ਵੀ ਕਾਂਗਰਸ ਨੂੰ ਸੋਚਣਾ ਚਾਹੀਦਾ ਵੀ ਕੀ ਹੋਈ ਜਾਂਦਾ ਹੈ। ਇਹ ਇਕੱਲੇ ਦੇਸ਼ ਪੱਧਰ ਦੇ ਉੱਪਰ ਨਹੀਂ, ਸੂਬਾ ਪੱਧਰੀ ਵੀ ਕਾਂਗਰਸ ਦਾ ਕੋਈ ਬਹੁਤਾ ਚੰਗਾ ਹਾਲ ਨਹੀਂ। ਦੇਖੋ ਇਸ ਵਕਤ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਲੱਗ ਗਿਆ ਵੀ ਮੇਰੇ ਉੱਤੇ ਕੋਈ ਬੌਸ ਨਹੀਂਗਾ। ਜੇਕਰ ਬੌਸ ਹੈ ਤਾਂ ਉਹ ਸਿਰਫ ਕਾਗਜ਼ੀ ਪੱਤਰੀ ਆ, ਕਿਉਂਕਿ ਜੇ ਤਾਂ ਵੱਖ-ਵੱਖ ਸੂਬਿਆਂ ਦੇ ਵਿੱਚ ਕਾਂਗਰਸ ਨੂੰ ਮਿਲ ਜਾਂਦੀ ਸਫਲਤਾ, ਫਿਰ ਤਾਂ ਹਾਈ ਕਮਾਨ ਦਾ ਸਨਮਾਨ ਉੱਚਾ ਹੋਣਾ ਸੀ, ਕੱਦ ਉੱਚਾ ਹੋਣਾ ਸੀ ਰਾਹੁਲ ਗਾਂਧੀ ਦਾ। ਉਹ ਤਾਂ ਕੇਰਲ ਵੀ ਨਹੀਂ ਬਚਾ ਸਕਿਆ, ਉਹ ਅਸਾਮ ਵੀ ਨਹੀਂ ਬਚਾ ਸਕਿਆ, ਤੇ ਕਿਤੇ ਵੀ ਨਹੀਂ ਕੁਝ ਬਚਿਆ। ਇਸ ਕਰਕੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਦਾਬਾ ਨਹੀਂ ਮਾਰ ਸਕਦੇ, ਉਹਨੂੰ ਕਹਿ ਨਹੀਂ ਸਕਦੇ ਵੀ ਭਾਈ ਨਵਜੋਤ ਸਿੱਧੂ ਨੂੰ ਇੱਥੇ ਫਿੱਟ ਕਰ। ਤੇ ਮੰਨਿਆ ਇਹ ਜਾ ਰਿਹਾ ਹੁਣ ਕਿ ਨਵਜੋਤ ਸਿੰਘ ਸਿੱਧੂ ਦੀ ਵਿਦਾਇਗੀ ਤੈਅ ਆ ਕਾਂਗਰਸ ਦੇ ਵਿੱਚੋਂ, ਉਹਨਾਂ ਨੇ ਕਿੱਥੇ ਜਾਣਾ ਕਿੱਥੇ ਨਹੀਂ ਇਹ ਵਕਤ ਬਿਆਨ ਕਰੂਗਾ। ਪਰ ਨਵਜੋਤ ਸਿੱਧੂ ਨੂੰ ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਮੰਨਣੀ ਪਊਗੀ ਤੇ ਜਾਂ ਫਿਰ ਉਹਨੂੰ ਕੋਈ ਹੋਰ ਘਰ ਲੱਭਣਾ ਪਊਗਾ। ਇਹਦੇ ਬਾਬਤ ਅੰਦਾਜ਼ੇ ਸ਼ੁਰੂ ਹੋ ਗਏ ਆ। ਦੇਖੋ ਗੱਲ ਇਹ ਟਾਣਾ ਸਾਹਿਬ, ਜੇਕਰ ਉਹਨਾਂ ਨੇ ਕੈਪਟਨ ਸਾਹਿਬ ਦੀ ਮੰਨਣੀ ਹੁੰਦੀ ਤਾਂ ਫਿਰ ਹੁਣ ਤੱਕ ਮੰਨ ਲੈਣੀ ਸੀ। ਜਿਵੇਂ ਉਹਨਾਂ ਨੇ ਟਵਿੱਟਰ ਤੋਂ ਆਪਣੇ ਨਾਂ ਦੇ ਨਾਲੋਂ ਕਾਂਗਰਸ ਹਟਾ ਦਿੱਤਾ, ਜਿਸ ਤਰੀਕੇ ਦੇ ਨਾਲ ਇੱਕ ਦੂਸਰੇ ਖਿਲਾਫ ਬਿਆਨਬਾਜ਼ੀਆਂ ਹੋ ਰਹੀਆਂ ਨੇ, ਜਿਵੇਂ ਕੈਪਟਨ ਸਾਹਿਬ ਨੇ ਇਹ ਗੱਲ ਕਹਿਤੀ ਕਿ ਮੇਰੇ ਦਰਵਾਜ਼ੇ ਹੁਣ ਹਮੇਸ਼ਾ ਲਈ ਬੰਦ ਨੇ ਸਿੱਧੂ ਦੇ ਲਈ। ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਲੱਗਦੀਆਂ ਨਹੀਂ ਵੀ ਹੁਣ ਦੁਬਾਰਾ ਜਿਹੜਾ ਮਾਹੌਲ ਹੈ ਉਹ ਸੁਖਾਵਾਂ ਹੋਏਗਾ, ਦੁਬਾਰਾ ਇਹ ਜਿਹੜੀ ਤੰਦ ਟੁੱਟ ਗਈ ਹੈ ਆਪਸ ਦੇ ਵਿੱਚ ਉਹ ਜੁੜ ਸਕੇਗੀ। ਇਹ ਬਿਲਕੁਲ ਨਹੀਂ ਲੱਗ ਰਿਹਾ। ਹੁਣ ਤਾਂ ਮੈਨੂੰ ਲੱਗਦਾ ਵੀ ਕੋਈ ਹੋਰ ਘਰ ਹੀ ਵੇਖਣਾ ਪਊਗਾ। ਦੇਖੋ ਬਾਕੀ ਕਿਹੜਾ ਘਰ ਆਉਂਦਾ, ਪਰ ਨਾ ਮੇਰੀ ਪਿਛਲੇ ਦਿਨੀ ਇੱਕ ਆਮ ਆਦਮੀ ਪਾਰਟੀ ਦੇ ਨੇਤਾ ਨਾਲ ਗੱਲ ਹੋਈ। ਉਹ ਕਹਿੰਦਾ ਵੀ ਦੇਖੋ 6.5 ਸਾਲ ਹੋ ਗਏ ਸਿੱਧੂ ਨੂੰ ਕਾਂਗਰਸ ਦੇ ਵਿੱਚ ਆਇਆ, ਉਹ ਇਹਨੂੰ ਡਿਪਟੀ ਸੀਐਮ ਉਪ ਮੁੱਖ ਮੰਤਰੀ ਬਣਾ ਕੇ ਨਹੀਂ ਰਾਜ਼ੀ। ਤੇ ਜੇਕਰ ਇਹ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਆ
ਤਾਂ ਆਉਣਸਾਰ ਕਹਿੰਦੇ ਵੀ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿਓ, ਤਾਂ ਅਸੀਂ ਕਿਵੇਂ ਬਰਦਾਸ਼ਤ ਕਰਾਂਗੇ। ਇਸ ਕਰਕੇ ਮੰਨਿਆ ਇਹ ਜਾ ਰਿਹਾ ਵੀ ਸਿੱਧੂ ਦੇ ਮੂਹਰੇ ਚੁਣੌਤੀਆਂ ਤਾਂ ਹੈਗੀਆਂ ਹੀ ਆ, ਬਾਕੀ ਵਕਤ ਬਿਆਨ ਕਰੂਗਾ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਕੌਣ ਕਿਹੜੇ ਪਾਸੇ ਨੂੰ ਮੋੜ ਕੱਢਦਾ। ਜੀ ਬਿਲਕੁਲ। ਜੱਜ ਦਾ ਵਿਚਾਰ। ਟਾਣਾ ਸਾਹਿਬ, ਇਸ ਵੇਲੇ ਕਰੋਨਾ ਮਹਾਮਾਰੀ ਜਿਸ ਤਰੀਕੇ ਦੇ ਨਾਲ ਪੈਰ ਪਸਾਰਦੀ ਜਾ ਰਹੀ ਹੈ ਨਾ, ਇਹ ਸਾਰਾ ਕੁਝ ਬਹੁਤ ਜ਼ਿਆਦਾ ਚਿੰਤਾ ਨੂੰ ਵਧਾ ਰਿਹਾ ਹੈ। ਲੋਕਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਡਰ ਹੈ ਵੀ ਹੁਣ ਨਤੀਜੇ ਤਾਂ ਆ ਗਏ ਆ, ਨਤੀਜਿਆਂ ਤੱਕ ਤਾਂ ਸਾਰਾ ਕੁਝ ਜਾਇਜ਼ ਹੀ ਸਮਝਦੀ ਸੀ ਸਰਕਾਰ, ਪਰ ਹੁਣ ਹੋ ਸਕਦਾ ਤਾਲਾਬੰਦੀ ਕਰ ਦਿੱਤੀ ਜਾਵੇ, ਮੁਕੰਮਲ ਲੋਕਡਾਊਨ ਕਰ ਦਿੱਤਾ ਜਾਵੇ। ਲੋਕਾਂ ਦੇ ਮਨ ਦੇ ਵਿੱਚ ਖਦਸ਼ਾ। ਜੀ ਬਿਲਕੁਲ, ਪਰ ਕੋਈ ਵੀ ਬਿਮਾਰੀ ਹੋਵੇ ਟਾਣਾ ਸਾਹਿਬ, ਉਹਦੇ ਤੇ ਜਿੱਤ ਇਨਸਾਨ ਅੱਧੀ ਉਦੋਂ ਹੀ ਹਾਸਲ ਕਰ ਸਕਦਾ ਹੈ ਜਦੋਂ ਉਹਦੇ ਅੰਦਰ ਨਾ ਇੱਕ ਸ਼ਕਤੀ ਹੋਵੇ, ਜਦੋਂ ਉਹਦੇ ਅੰਦਰ ਇੱਕ ਵਿਲ ਪਾਵਰ ਸਟਰੋਂਗ ਹੋਏ, ਉਹ ਇਹ ਧਾਰ ਲਵੇ ਕਿ ਮੈਂ ਠੀਕ ਹੋਣਾ ਹੈ, ਮੈਂ ਇਸ ਜੰਗ ਨੂੰ ਜਿੱਤਣਾ ਹੈ, ਤਾਂ ਬੰਦਾ ਅੱਧਿਓਂ ਵੱਧ ਠੀਕ ਵੈਸੇ ਹੀ ਹੋ ਜਾਂਦਾ। ਬਿਲਕੁਲ ਗੱਲ ਸਹੀ ਹੈ। ਮੈਂ ਅੱਗੇ ਵੀ ਉਦਾਹਰਨ ਦਿੱਤੀ ਹੈ, ਇਕਬਾਲ ਸਿੰਘ ਰਾਮੂਵਾਲੀਆ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਸੀ, ਉਹਨਾਂ ਨੂੰ ਕੈਂਸਰ ਹੋ ਗਿਆ, ਪਰ ਉਹ ਆਪਣੀ ਅੰਦਰੂਨੀ ਤਾਕਤ ਦੇ ਨਾਲ, ਆਪਣੀ ਇੱਛਾ ਸ਼ਕਤੀ ਦੇ ਨਾਲ, ਜਿਹਨੂੰ ਵਿਲ ਪਾਵਰ ਕਹਿੰਦੇ ਆ, ਉਹਦੇ ਨਾਲ ਹੀ ਕਈ ਸਾਲ ਜ਼ਿੰਦਗੀ ਬਹੁਤ ਖੂਬਸੂਰਤ ਕੱਟ ਕੇ ਗਏ। ਤੇ ਉਹਨਾਂ ਨੇ ਉਸ ਸਮੇਂ ਦੇ ਵਿੱਚ ਬਾਕਮਾਲ ਕਿਤਾਬਾਂ ਵੀ ਲਿਖੀਆਂ ਜਿਨ੍ਹਾਂ ਦੀ ਚਰਚਾ ਚਾਰੇ ਪਾਸੇ ਹੋਈ। ਸੋ ਕਹਿਣ ਦਾ ਭਾਵ ਇਹ ਆ ਵੀ ਜੇਕਰ ਕਿਸੇ ਨੂੰ ਕੋਈ ਵੀ ਰੋਗ ਘੇਰਾ ਕੱਟਦਾ ਤਾਂ ਅਸੀਂ ਆਪਦੇ ਅੰਦਰੋਂ ਊਰਜਾ ਨਾ ਖਤਮ ਹੋਣ ਦੇਗੇ, ਅਸੀਂ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਰਹਿਗੇ, ਅਸੀਂ ਰੋਗ ਦੇ ਉੱਤੇ ਭਾਰੂ ਪੈ ਜਾਈਏ, ਨਾ ਕਿ ਰੋਗ ਸਾਨੂੰ ਢਾ ਲਵੇ। ਬਿਲਕੁਲ ਸਹੀ। ਔਰ ਇਹੋ ਜਿਹੀ ਉਦਾਹਰਨ ਗੁਜਰਾਤ ਤੋਂ ਸਾਹਮਣੇ ਆਈ ਹੈ। ਗੁਜਰਾਤ ਦੇ ਵਿੱਚ 22 ਮੈਂਬਰਾਂ ਦਾ ਇੱਕ ਪਰਿਵਾਰ, 22 ਜੀ ਨੇ ਉਸ ਪਰਿਵਾਰ ਦੇ ਵਿੱਚ, ਔਰ ਉਹਨਾਂ ਦੇ ਵਿੱਚੋਂ 15 ਜੀਆਂ ਨੂੰ ਕਰੋਨਾ ਹੋ ਗਿਆ। ਔਰ ਤੁਸੀਂ ਇਹ ਸੁਣ ਕੇ ਹੈਰਾਨ ਹੋਵੋਗੇ ਕਿ 15 ਦੇ 15 ਨੇ ਕਰੋਨਾ ਦੇ ਉੱਪਰ ਜਿੱਤ ਹਾਸਲ ਕੀਤੀ। 1 ਸਾਲ ਦੇ ਬੱਚੇ ਤੋਂ ਲੈ ਕੇ ਜੀ ਤੇ 62-65 ਸਾਲ ਦੀ ਦਾਦੀ ਤੱਕ ਸਾਰਿਆਂ ਨੂੰ ਕਰੋਨਾ ਹੋ ਗਿਆ। ਤੇ ਫਿਰ ਵੀ ਇਸ ਦੇ ਬਾਵਜੂਦ ਸਾਰੇ ਦੇ ਸਾਰੇ ਤੰਦਰੁਸਤ ਆ, ਸਾਰਿਆਂ ਨੇ ਕਰੋਨਾ ਨੂੰ ਮਾਤ ਦਿੱਤੀ ਆ। ਮਤਲਬ ਇਹ ਆ ਕਿ ਉਹਨਾਂ ਨੇ ਹੌਸਲੇ ਨੂੰ ਟੁੱਟਣ ਨਹੀਂ ਦਿੱਤਾ, ਉਹਨਾਂ ਨੇ ਆਪਦੀ ਇੱਛਾ ਸ਼ਕਤੀ ਬਰਕਰਾਰ ਰੱਖੀ ਹੈ। ਤੇ ਇੱਛਾ ਸ਼ਕਤੀ ਜਦੋਂ ਭਾਰੂ ਪੈ ਜਾਂਦੀ ਹੈ ਕਿਸੇ ਵੀ ਮਸਲੇ ਦੇ ਉੱਤੇ, ਕਿਸੇ ਵੀ ਰੋਗ ਦੇ ਉੱਤੇ, ਤੇ ਫਿਰ ਤੁਹਾਨੂੰ ਕੁਝ ਨਹੀਂ ਹੁੰਦਾਗਾ। ਬਿਲਕੁਲ ਸਹੀ। ਸੋ ਗੱਲ ਇਹ ਹੈ, ਇਸ ਵੇਲੇ ਲੋਕ ਬਹੁਤ ਡਰੇ ਹੋਏ ਨੇ, ਇਸ ਬਿਮਾਰੀ ਦਾ ਨਾਂ ਵੀ ਨਹੀਂ ਲੈਣਾ ਚਾਹੁੰਦੇ, ਨਾ ਹੀ ਸੁਣਨ ਤੋਂ ਘਬਰਾਉਂਦੇ ਨੇ। ਪਰ ਗੱਲ ਇਹ ਹੈ ਕਿ ਅਸੀਂ ਜਿੰਨਾ ਵੀ ਜੋ ਵੀ ਸਿਹਤ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਸੈਨੀਟਾਈਜ਼ਰ ਦੀ ਵਰਤੋਂ ਕਰੋ, ਮਾਸਕ ਪਹਿਨ ਕੇ ਰੱਖੋ, ਸਰੀਰਕ ਦੂਰੀ ਦਾ ਧਿਆਨ ਰੱਖੋ, ਬੇਲੋੜਾ ਘਰੋਂ ਬਾਹਰ ਨਾ ਨਿਕਲੋ, ਸੈਨੀਟਾਈਜ਼ ਕਰਦੇ ਰਹੋ ਆਪਣੇ ਆਪ ਨੂੰ, ਇਹ ਸਾਰੀਆਂ ਗੱਲਾਂ ਦੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ। ਤੇ ਦੂਸਰਾ, ਨਕਾਰਾਤਮਕ ਨਾ ਹੋਵੋ। ਤੁਸੀਂ ਇਹ ਸੋਚੋ ਕਿ ਕੋਈ ਗੱਲ ਨਹੀਂ, ਜੇ ਚੰਗੇ ਦਿਨ ਨਹੀਂ ਰਹੇ ਤੇ ਮਾੜੇ ਵੀ ਨਹੀਂ ਰਹਿਣੇ ਹੈਗੇ, ਜਿਵੇਂ ਉਹ ਸਮਾਂ ਲੰਘ ਗਿਆ ਤਿਵੇਂ ਇਹ ਸਮਾਂ ਵੀ ਲੰਘ ਜਾਏਗਾ। ਦੁੱਖ ਸੁੱਖ ਸਰੀਰ ਦੇ ਨਾਲ, ਪਿੰਡੇ ਦੇ ਨਾਲ ਹੀ ਜੁੜੇ ਆ। ਜਿਉਂਦੇ ਬੰਦੇ ਨੂੰ ਦੁੱਖ ਚੁੰਬੜਦੇ ਆ, ਮੋਏ ਬੰਦੇ ਨੂੰ ਕਿੱਥੇ ਆ, ਕੰਧਾਂ ਨੂੰ ਨਹੀਂ ਦੁੱਖ ਚੁੰਬੜ ਜਾਂਦੇ। ਇਸ ਕਰਕੇ ਆਪਾਂ ਕੰਧਾਂ ਥੋੜੀਆਂ, ਆਪਾਂ ਤਾਂ ਸਾਹ ਲੈਨੇ ਆ, ਤੇ ਸਾਹ ਲੈਣ ਵਾਲੇ ਪ੍ਰਾਣੀ ਨੂੰ ਕਈ ਵਾਰੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ। ਬਿਲਕੁਲ। ਸੋ ਇਹ ਜਿਹੜਾ ਸਮਾਂ ਹੈ, ਇਸ ਸਮੇਂ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰੋ, ਸਾਰੇ ਇਕੱਠੇ ਬੈਠ ਕੇ ਹੱਸੋ ਖੇਡੋ, ਆਪਣੇ ਘਰ ਦੇ ਵਿੱਚ ਰਹੋ। ਜੋ ਕਹਿ ਲਓ ਵੀ ਤੁਸੀਂ ਪਹਿਲਾਂ ਸੋਚਦੇ ਸੀ ਵੀ ਜੇ ਕਿਤੇ ਵਿਹਲੇ ਹੋਏ ਤਾਂ ਘਰ ਦੇ ਵਿੱਚ ਆ ਕਰਾਂਗੇ, ਆ ਕਰਾਂਗੇ, ਆ ਕਰਾਂਗੇ, ਕੋਈ ਤੁਹਾਡੇ ਘਰੇਲੂ 100 ਕੰਮ ਹੋਣਗੇ ਕਰਨ ਵਾਲੇ, ਜਾਂ ਗੱਲਾਂ ਬਾਤਾਂ ਹੋਣਗੀਆਂ 100 ਕਰਨ ਵਾਲੀਆਂ, ਉਹ ਤੁਸੀਂ ਪਰਿਵਾਰਕ ਜੀ ਸਿਰਫ ਇਕੱਠੇ ਬੈਠ ਕੇ ਤੇ ਉਹ ਸਾਰਾ ਕੁਝ ਕਰੋ। ਉਸ ਤੋਂ ਬਾਅਦ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਸਕਾਰਾਤਮਕ ਰੱਖੋ। ਚਾਹੇ ਤੁਸੀਂ ਗੁਰਬਾਣੀ ਕੀਰਤਨ ਦਾ ਸਾਥ ਲਓ, ਚਾਹੇ ਤੁਸੀਂ ਪੋਜ਼ਿਟਿਵ ਕੋਟਸ ਪੜੋ, ਪੋਜ਼ਿਟਿਵ ਗੱਲਾਂ ਸੁਣੋ, ਪੋਜ਼ਿਟਿਵ ਕਿਤਾਬਾਂ ਪੜੋ, ਉਹਦੇ ਨਾਲ ਹੀ ਤੁਹਾਡੇ ਅੰਦਰ ਜਿਹੜੀ ਇੱਛਾ ਸ਼ਕਤੀ ਹੈ ਉਹ ਬਹੁਤ ਜ਼ਿਆਦਾ ਸਟਰੋਂਗ ਹੋਏਗੀ। ਬਿਲਕੁਲ ਜੀ, ਗੱਲ ਸਹੀ ਹੈ। ਸਕਾਰਾਤਮਕ ਰਹੋ, ਨਕਾਰਾਤਮਕ ਨਹੀਂ। ਪਰ ਪੋਜ਼ਿਟਿਵ ਥਾਟਸ ਨਹੀਂ ਹੁੰਦਾਗਾ, ਇਹ ਹੁੰਦਾ ਜੀ ਕਿ ਹਾਂ ਪੱਖੀ ਗੱਲਾਂ ਸੋਚੋ, ਨਕਾਰਾਤਮਕ ਗੱਲਾਂ ਨਹੀਂ। ਥਾਟਸ ਨਹੀਂ ਹੁੰਦਾ, ਸੋਚ ਹੁੰਦੀ ਹੈ, ਵਿਚਾਰ ਹੁੰਦੇ ਆ। ਗੱਲਾਂ ਦਾ ਖਿਆਲ ਰੱਖਣਾ ਸਿੱਖੋ ਜੀ। ਮਾਫੀ ਚਾਹੁੰਦੀ ਆ, ਆਪਦੀਆਂ ਕੱਚ 'ਚ, ਸਾਡੀਆਂ ਹੱਥ 'ਚ ਨਹੀਂ। ਟਾਣਾ ਸਾਹਿਬ, ਐਸੀ ਕੋਈ ਗੱਲ ਨਹੀਂ ਸੀ, ਮੈਂ ਮੰਨੀ ਆਪਣੀ ਗਲਤੀ। ਮੈਂ ਤਾਂ ਮੰਨਿਆ ਹੀ ਨਹੀਂ ਸੀ, ਮੈਂ ਤਾਂ ਕਾਪਾ ਚੱਕ ਲਿਆ ਸੀ। ਚਲੋ ਛੱਡੋ। ਚਲਿਏ ਆਪਾਂ ਹੁਣ ਜਾਣਦਾ ਹੋ ਗਿਆ ਵੇਲਾ ਜੀ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਦੇ ਇਜਾਜ਼ਤ, ਅਸੀਂ ਚੱਲਦੇ ਹਾਂ, ਕੱਲ ਨੂੰ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।